ਇੱਕ ਅਜਿਹਾ ਅਹਿਸਾਸ ਸ਼ਾਇਰ ਜੋ ਜ਼ਿੰਦਗੀ ਦੇ ਹਰ ਦੁਖਾਂਤ ਨੂੰ ਬੜੀ ਕੁਸ਼ਲਤਾ ਨਾਲ ਆਪਣੀਆਂ ਗਜ਼ਲਾਂ ਵਿੱਚ ਢਾਲ ਲੈਂਦਾ ਹੈ। ਗਜ਼ਲ ਦੇ ਫਨ ਤੋਂ ਉਹ ਪੂਰੀ ਤਰ੍ਹਾਂ ਜਾਣੂ ਹੈ। ਗਜ਼ਲ ਦੇ ਹਰ ਪੱਖ ਤੇ ਜਿਸ ਨੂੰ ਅਬੂਰ ਹਾਸਲ ਹੈ, ਜਿਸ ਨੂੰ ਸ਼ੇਰ ਕਹਿਣ ਲਈ ਕਿਸੇ ਉਚੇਚ ਦੀ ਲੋੜ ਨਹੀਂ, ਜਿਸ ਨੂੰ ਢੁਕਵੇਂ ਸ਼ਬਦਾਂ ਦੀ ਕੋਈ ਟੋਟ ਨਹੀਂ। ਜ਼ਿੰਦਗੀ ਦੀ ਤਲਖ ਤੋਂ ਤਲਖ ਹਕੀਕਤ ਨੂੰ ਬੜੀ ਸਹਿਜਤਾ ਨਾਲ ਆਪਣੇ ਸ਼ੇਰਾਂ ਵਿੱਚ ਸਮੋ ਲੈਣ ਵਾਲਾ ਗਜ਼ਲ ਵਿਦਾ ਦਾ ਗੂੜਾ ਹਸਤਾਖਰ ਕ੍ਰਿਸ਼ਨ ਭਨੋਟ। ਇਹਨਾਂ ਸੋਚਾਂ ਵਿਚਾਰਾਂ ਨੂੰ ਜਨਮ ਹਾਲਾਤ ਦਿੰਦੇ ਨੇ। ਇਹਨਾਂ ਸੋਚਾਂ ਵਿਚਾਰਾਂ ਨੂੰ ਜਨਮ ਹਾਲਾਤ ਦਿੰਦੇ ਨੇ। ਕਿਸੇ ਸ਼ਾਇਰ ਦੇ ਹੱਥਾਂ ਵਿੱਚ ਕਲਮ ਹਾਲਾਤ ਦਿੰਦੇ ਨੇ। ਇਹਨਾਂ ਹਾਲਾਤ ਨੂੰ ਕਾਬੂ 'ਚ ਰੱਖਣਾ ਆਪ ਹੀ ਪੈਂਦਾ ਹੈ। ਇਹਨਾਂ ਹਾਲਾਤ ਨੂੰ ਕਾਬੂ 'ਚ ਰੱਖਣਾ ਆਪ ਹੀ ਪੈਂਦਾ ਹੈ, ਨਹੀਂ ਤਾਂ ਕਦ ਕਿਸੇ ਨੂੰ ਲੈਣ ਦਮ ਹਾਲਾਤ ਦਿੰਦੇ ਨੇ। ਕ੍ਰਿਸ਼ਨ ਭਨੋਟ ਦਾ ਜਨਮ 26 ਮਾਰਚ 1954 ਨੂੰ ਲੁਧਿਆਣਾ ਜ਼ਿਲ੍ਹੇ ਦੇ ਇਤਿਹਾਸਿਕ ਪਿੰਡ ਭੈਣੀ ਸਾਹਿਬ ਵਿੱਚ ਪਿਤਾ ਸਰਦਾਰ ਅਰਜਨ ਦਾਸ ਅਤੇ ਮਾਤਾ ਸ਼੍ਰੀਮਤੀ ਭਾਗਵੰਤੀ ਦੇ ਘਰ ਹੋਇਆ। ਦੋਸਤੋ, ਕਲਮ ਦਾ ਸਫ਼ਰ ਅਧੀਨ ਅੱਜ ਜਿਸ ਮਹਾਨ ਸ਼ਖਸੀਅਤ ਨੂੰ ਮੈਂ ਆਪ ਜੀ ਦੇ ਰੂਬਰੂ ਕਰ ਰਿਹਾ, ਉਹ ਪੰਜਾਬੀ ਸਾਹਿਤ ਵਿੱਚ ਗਜ਼ਲ ਵਿਦਾ ਦੇ ਇੱਕ ਗੂੜੇ ਹਸਤਾਖਰ ਨੇ। ਮੇਰੀ ਮੁਰਾਦ ਹੈ ਪ੍ਰਸਿੱਧ ਗਜ਼ਲਗੋ ਕ੍ਰਿਸ਼ਨ ਭਨੋਟ ਜੀ ਤੋਂ। ਸੋ ਅੱਜ ਅਸੀਂ ਉਹਨਾਂ ਦੇ ਨਾਲ ਹਾਂ ਤੇ ਆਓ ਆਪਾਂ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਰਚਨਾਤਮਕ ਸੰਸਾਰ ਬਾਰੇ ਉਹਨਾਂ ਨਾਲ ਗੱਲਾਂ ਸਾਂਝੀਆਂ ਕਰੀਏ। ਭਨੋਟ ਸਾਹਿਬ, ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਆਪਣੇ ਬਚਪਨ ਬਾਰੇ ਸਾਨੂੰ ਦੱਸੋ। ਘੋੜੀ ਸਾਹਿਬ, ਮੇਰਾ ਜਨਮ ਜਿਹੜਾ ਹੈ 26 ਮਾਰਚ 1954 ਨੂੰ ਲੁਧਿਆਣੇ ਜ਼ਿਲ੍ਹੇ ਦੇ ਇੱਕ ਬਹੁਤ ਨਿੱਕੇ ਜਿਹੇ ਪਿੰਡ ਭੈਣੀ ਸਾਹਿਬ, ਜਿਹਨੂੰ ਕੋਕਿਆਂ ਦੀ ਭੈਣੀ ਵੀ ਕਿਹਾ ਜਾਂਦਾ, ਉੱਥੇ ਹੋਇਆ। ਪਿੰਡ ਤਾਂ ਸਾਡਾ ਗਿਣਤੀ ਦੇ ਘਰ ਹੀ ਨੇ, ਸਾਡੇ ਪਿੰਡ ਦੇ ਬਹੁਤ ਨਿੱਕਾ ਪਿੰਡ ਆ, ਪਰ ਇਹਦੀ ਰਾਜਨੀਤਿਕ ਤੌਰ 'ਤੇ ਸਾਰੇ ਇਹ ਭਾਰਤ ਦਾ ਕੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾਣਿਆ ਜਾਂਦਾ, ਕਿਉਂਕਿ ਜਿਹੜੇ ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਦਾ ਜਨਮ ਸਥਾਨ ਆ। ਅਤੇ ਰਾਮ ਸਿੰਘ ਜੀ ਤੁਹਾਨੂੰ ਪਤਾ ਵੀ 18ਵੀਂ 19ਵੀਂ ਸਦੀ ਦੇ ਤਕਰੀਬਨ 6ਵੇਂ 7ਵੇਂ ਦਹਾਕੇ ਵਿੱਚ ਉਹਨਾਂ ਦਾ ਜਿਹੜਾ ਸੀ ਉਹ ਸੰਘਰਸ਼ ਸ਼ੁਰੂ ਕੀਤਾ ਉਹਨਾਂ ਨੇ। ਸਭ ਤੋਂ ਪਹਿਲਾਂ ਜਿਹੜੀ
ਨਾ ਮਿਲ ਵਰਤਨ ਦੀ ਲਹਿਰ ਜਾਂ ਸਵਦੇਸ਼ੀ ਲਹਿਰ ਹੈਗੀ ਆ, ਉਹ ਬਾਬਾ ਰਾਮ ਸਿੰਘ ਨੇ ਸ਼ੁਰੂ ਕੀਤੀ ਹੈ, ਜਿਹੜੀ ਬਾਅਦ 'ਚ ਮਹਾਤਮਾ ਗਾਂਧੀ ਜੀ ਨੇ ਉਹਨੂੰ ਅੱਗੇ ਲੈ ਕੇ ਗਏ ਨੇ ਅਤੇ ਉਹਦੀ ਪੈਰਵਾਈ ਕੀਤੀ ਹੈ। ਇਸ ਕਰਕੇ ਸਾਡਾ ਨਾਂ ਜਿਹੜਾ ਹੈਗਾ, ਇਹ ਸਾਡੇ ਪਿੰਡ ਦਾ ਨਾਂ ਇਸ ਸੰਦਰਭ 'ਚ ਜਾਣਿਆ ਜਾਂਦਾ। ਅਤੇ ਬਾਕੀ ਮੈਂ ਇੱਕ ਛੋਟੇ ਨਿਮਨ ਕਿਸਾਨੀ ਘਰਾਣੇ 'ਚ ਪੈਦਾ ਹੋਇਆ, ਅਤੇ ਬਹੁਤਾ ਜਿਹੜਾ ਹੈਗਾ ਖੇਡਣ ਦਾ ਜਿਹੜਾ ਪਿੰਡ ਜਿਹੜੇ ਸੀਗੇ ਸਧਾਰਨ ਪਿੰਡ ਸੀ, ਛੱਪੜ ਟੋਭੇ ਜਿਹੜੇ ਹੁੰਦੇ ਸੀ ਆਮ ਹੁੰਦੇ ਸੀ, ਪਿੰਡ ਦੀਆਂ ਗਲੀਆਂ ਉਹਦੇ ਕੱਚੀਆਂ ਹੁੰਦੀਆਂ ਸੀ, ਅਤੇ ਅਸੀਂ ਨੰਗੇ ਪਿੰਡੇ ਉੱਥੇ ਭੱਜੇ ਤੁਰੇ ਫਿਰਦੇ ਸੀ। ਜਿਹੜਾ ਸਾਡਾ ਸਕੂਲ ਸੀ ਪ੍ਰਾਇਮਰੀ ਸਕੂਲ ਭੈਣੀ ਸਾਹਿਬ, ਉਹ ਵੀ ਛੱਪੜ ਦੇ ਕਿਨਾਰੇ ਸੀਗਾ। ਉਹ ਛੱਪੜ ਦੇ ਕਿਨਾਰੇ ਸੀ, ਜਦੋਂ ਕਦੇ ਮੀਂਹ ਮੂੰਹ ਪੈਣਾ ਤਾਂ ਅਸੀਂ ਉਵੇਂ ਹੀ ਅਸੀਂ ਰਸਤੇ 'ਚ ਪਾਣੀ ਆ ਜਾਂਦਾ ਸੀ ਛੱਪੜ ਦੇ ਟੋਭੇ ਦੇ 'ਚ, ਅਤੇ ਉਵੇਂ ਅਸੀਂ ਭੱਜਦੇ ਹੈਗੇ ਉਹ ਜਾ ਕੇ ਅਸੀਂ ਸਕੂਲ 'ਚ ਦਾਖਲ ਹੋਣਾ। ਅਤੇ ਫਿਰ ਜਦੋਂ ਆਪਣਾ ਬੰਦ ਹੋਇਆ ਰਸਤਾ ਖਰ ਵੀ ਜਾਣਾ, ਅਤੇ ਜਦੋਂ ਉੱਥੇ ਪਰੋਟਾ ਲੱਗਿਆ ਹੁੰਦਾ ਸੀਗਾ ਸਾਡੇ ਸਕੂਲ 'ਚ, ਅਤੇ ਉਹਦਾ ਵੀ ਜਿਹੜਾ ਥੜਾ ਹੈਗਾ ਉਹ ਵੀ ਖਰ ਖੁਰ ਜਾਂਦਾ ਸੀ, ਉਹਦੇ ਅਸੀਂ ਬਹਿੰਦੇ ਹੁੰਦੇ ਸੀ, ਖੇਡਦੇ ਹੁੰਦੇ ਸੀ। ਅਤੇ ਜਦੋਂ ਬਰਸਾਤਾਂ ਹਟਣੀਆਂ ਤਾਂ ਅਸੀਂ ਉਹ ਚਿੱਕੜ ਖੂਹ ਦਾ ਜਿਹਨੂੰ ਹੈਗਾ ਮਿੱਟੀ, ਉਹ ਚਿੜਾਂ ਪੁੱਟ ਕੇ ਨਾ ਫਿਰ ਅਸੀਂ ਦੁਬਾਰਾ ਜਿਹੜਾ ਹੈਗਾ ਚੌਂਤਰਾ ਬੰਨਣਾ, ਅਤੇ ਫਿਰ ਅਸੀਂ ਖੇਡਣਾ ਬੰਨਣਾ। ਅਤੇ ਬਾਕੀ ਇਹ ਵੀ ਉਸ ਵੇਲੇ ਜਿਹੜੀ ਪੜ੍ਹਾਈ ਸੀਗੀ ਉਸ ਬੜੀ ਚੰਗੀ ਹੁੰਦੀ ਸੀਗੀ, ਅਤੇ ਸਾਡਾ ਜਿਹੜਾ ਵਧੀਆ ਮਾਸਟਰ ਜੀਵਨ ਸਿੰਘ ਨੇ ਸਾਨੂੰ ਪੜ੍ਹਾਇਆ, ਜਿਹੜਾ ਸਾਡਾ ਹੈੱਡ ਟੀਚਰ ਜਿਹਨੂੰ ਕਿਹਾ ਜਾਂਦਾ, ਅਤੇ ਉਹਦੇ ਪੜ੍ਹਾਏ ਹੋਏ ਇੰਨੇ ਜ਼ਿਆਦਾ ਬੱਚੇ ਜਿਹੜੇ ਸੀਗੇ ਉਹ ਲਾਇਕ ਬਣੇ, ਕਾਮਯਾਬ ਬਣੇ ਵੀ ਅਸੀਂ ਜੋ ਕੁਛ ਹੈਗਾ ਜੋ ਪ੍ਰਾਇਮਰੀ ਸਕੂਲ ਦੀ ਦੇਣ ਆ ਵੀ ਜਿਹੜਾ ਮਾੜਾ ਮੋਟਾ ਅਸੀਂ ਇਸ ਪਾਸੇ ਆਏ। ਪ੍ਰਾਇਮਰੀ ਸਕੂਲ ਪਾਸ ਕਰਕੇ ਫਿਰ ਇੱਕ ਹੋਰ ਸਾਡੇ ਇਲਾਕੇ 'ਚ ਜਿਹੜਾ ਨੇੜੇ ਤੋਂ ਨੇੜੇ ਹਾਈ ਸਕੂਲ ਸੀ ਕਟਾਣੀ ਕਲਾਂ, ਅਤੇ ਮੈਂ 6ਵੀਂ ਤੋਂ ਲੈ ਕੇ ਜਿਹੜਾ ਹੈਗਾ ਫਿਰ 10ਵੀਂ ਤੱਕ ਆਪਣਾ ਕਟਾਣੀ ਕਲਾਂ ਜਿਹੜਾ ਹੈਗਾ ਮੈਂ ਵਿੱਦਿਆ ਪ੍ਰਾਪਤੀ ਕੀਤੀ ਆ। ਅਨੇਕਾਂ ਖਿਆਲ 100 ਸੋਚਾਂ ਵਿਚਾਰਾਂ ਦਿਲ 'ਚ ਹੁੰਦੀਆਂ ਨੇ, ਅਨੇਕਾਂ ਖਿਆਲ 100 ਸੋਚਾਂ ਵਿਚਾਰਾਂ ਦਿਲ 'ਚ ਹੁੰਦੀਆਂ ਨੇ, ਸ਼ੁਰੂ ਕਿੱਥੋਂ ਕਰਾਂ ਗੱਲਾਂ ਹਜ਼ਾਰਾਂ ਦਿਲ 'ਚ ਹੁੰਦੀਆਂ ਨੇ। ਘਰਾਂ ਵਿੱਚ ਹੋਣ ਕੰਧਾਂ ਮੁੱਦਤਾਂ ਮਗਰੋਂ ਕਿਤੇ ਜਾ ਕੇ, ਘਰਾਂ ਵਿੱਚ ਹੋਣ ਕੰਧਾਂ ਮੁੱਦਤਾਂ ਮਗਰੋਂ ਕਿਤੇ ਜਾ ਕੇ, ਪਰੰਤੂ ਮੁੱਦਤਾਂ ਪਹਿਲਾਂ ਦੀਵਾਰਾਂ ਦਿਲਾਂ 'ਚ ਹੁੰਦੀਆਂ ਨੇ। ਇਹ ਗਜ਼ਲਾਂ ਮੈਂ ਨਹੀਂ ਲਿਖਦਾ, ਲਿਖਾਉਂਦਾ ਕੌਣ ਕੀ ਜਾਣਾ। ਇਹ ਗਜ਼ਲਾਂ ਮੈਂ ਨਹੀਂ ਲਿਖਦਾ, ਲਿਖਾਉਂਦਾ ਕੌਣ ਕੀ ਜਾਣਾ। ਮੇਰੇ ਸ਼ਬਦਾਂ ਦੀਆਂ ਅਣਗਿਣਤ ਡਾਰਾਂ ਦਿਲ 'ਚ ਹੁੰਦੀਆਂ ਨੇ, ਮੇਰੇ ਸ਼ਬਦਾਂ ਦੀਆਂ ਅਣਗਿਣਤ ਡਾਰਾਂ ਦਿਲ 'ਚ ਹੁੰਦੀਆਂ ਨੇ। ਜਿੱਥੋਂ ਤੱਕ ਮੈਨੂੰ ਯਾਦ ਪੈਂਦਾ ਹੈ, ਕ੍ਰਿਸ਼ਨ ਭਨੋਟ ਵੀ ਹਮਦਰਦ ਸਾਹਿਬ ਦੇ ਅਖਬਾਰ ਪੰਜਾਬੀ ਫੁਲਵਾੜੀ ਦੀ ਪੈਦਾਵਾਰ ਹੀ ਹੈ। ਇਹ ਉਹ ਸਮਾਂ ਸੀ ਜਦੋਂ ਗਜ਼ਲ ਲਹਿਰ ਦੇ ਲਈ ਗਜ਼ਲ ਦੇ ਮਹਾਰਥੀ ਗਜ਼ਲ ਨੂੰ ਪ੍ਰਫੁੱਲਤ ਕਰਨ ਲਈ, ਗਜ਼ਲ ਨੂੰ ਲੋਕਾਂ 'ਚ ਮਕਬੂਲ ਕਰਨ ਲਈ ਬੜੀ ਮਿਹਨਤ ਕਰ ਰਹੇ ਸੀ। ਹਮਦਰਦ ਸਾਹਿਬ ਉਹਨਾਂ 'ਚ ਮੋਹਰੀ ਸਨ। ਨਾ ਆਪਣੇ ਕੋਲ ਕੁਝ ਲੈ ਦੇ ਕੇ ਇੱਕ ਉਪਹਾਰ ਸ਼ਬਦਾਂ ਦਾ, ਨਾ ਆਪਣੇ ਕੋਲ ਕੁਝ ਲੈ ਦੇ ਕੇ ਇੱਕ ਉਪਹਾਰ ਸ਼ਬਦਾਂ ਦਾ, ਮੁਹੱਬਤ ਵੰਡੀਏ ਆਪਣਾ ਤਾਂ ਕਾਰੋਬਾਰ ਸ਼ਬਦਾਂ ਦਾ। ਨਜ਼ਰੀਆ ਆਪਣਾ ਤੇ ਆਪਣੀ ਹੈ ਸੋਚ ਹਰ ਇੱਕ ਦੀ, ਨਜ਼ਰੀਆ ਆਪਣਾ ਤੇ ਆਪਣੀ ਹੈ ਸੋਚ ਹਰ ਇੱਕ ਦੀ। ਤੇਰਾ ਸੰਸਾਰ ਪੈਸੇ ਦਾ, ਮੇਰਾ ਸੰਸਾਰ ਸ਼ਬਦਾਂ ਦਾ। ਅਸੀਂ ਤਾਂ ਗੱਲ ਉੱਤੇ ਹੀ ਹੁਣ ਹਥਿਆਰ ਕੱਢ ਲੈਂਦੇ, ਅਸੀਂ ਤਾਂ ਗੱਲ ਉੱਤੇ ਹੀ ਹੁਣ ਹਥਿਆਰ ਕੱਢ ਲੈਂਦੇ। ਅਸੀਂ ਤਾਂ ਭੁੱਲ ਹੀ ਬੈਠੇ ਹਾਂ ਸੱਭਿਆਚਾਰ ਸ਼ਬਦਾਂ ਦਾ। ਕੋਈ ਸੁਕਰਾਤ ਬੁੱਧ ਨਾਨਕ ਹੀ ਜਾਣੇ ਸ਼ਬਦ ਦੀ ਲੀਲਾ, ਕੋਈ ਸੁਕਰਾਤ
ਬੁੱਧ ਨਾਨਕ ਹੀ ਜਾਣੇ ਸ਼ਬਦ ਦੀ ਲੀਲਾ, ਹਰ ਇੱਕ ਦੇ ਵਸ ਨਾ ਹੁੰਦਾ ਸਾਂਭਣਾ ਹਥਿਆਰ ਸ਼ਬਦਾਂ ਦਾ। ਇਨ੍ਹਾਂ ਸ਼ਬਦਾਂ ਦੇ ਕਾਰਨ ਜਾਨਵਰ ਤੋਂ ਆਦਮੀ ਬਣਿਆ, ਇਨ੍ਹਾਂ ਸ਼ਬਦਾਂ ਦੇ ਕਾਰਨ ਜਾਨਵਰ ਤੋਂ ਆਦਮੀ ਬਣਿਆ। ਇਹ ਸਾਡਾ ਕੀਮਤੀ ਵਿਰਸਾ, ਕਰੋ ਸਤਿਕਾਰ ਸ਼ਬਦਾਂ ਦਾ। ਪ੍ਰੋਫੈਸਰ ਸਾਹਿਬ, ਜਿਵੇਂ ਤੁਹਾਡਾ ਬਚਪਨ ਹੈ ਜੀ ਉਹ ਬੜਾ ਅਮੀਰੀ ਵਾਲਾ ਨਿਕਲਿਆ ਹੈ, ਤੇ ਤੁਸੀਂ ਤੁਹਾਡਾ ਪਰਿਵਾਰ ਵੀ ਤੇ ਤੁਸੀਂ ਜਿਹੜੀ ਜ਼ਮੀਨ ਦੇ ਨਾਲ ਹੀ ਤੁਹਾਡੀ ਜ਼ਿਆਦਾ ਸਾਂਝ ਰਹੀ ਹੈ। ਸੋ ਇੱਧਰ ਪੜ੍ਹਨ ਲਿਖਣ ਵੱਲ ਔਰ ਗਜ਼ਲ ਦੀ ਜਿਹੜੀ ਹੈਗੀ ਆ ਨਾਜ਼ੁਕ ਵਿਧਾ ਹੈਗੀ ਹੈ, ਉਹਦੇ ਨਾਲ ਜੁੜਨ ਦਾ ਇਸ ਬਾਰੇ ਸਾਨੂੰ ਦੱਸੋ, ਕਿਸ ਤਰ੍ਹਾਂ ਸਬੱਬ ਬਣਿਆ? ਹਾਂ, ਕੋਲੇ ਸਾਹਿਬ ਜਿਹੜਾ ਸਾਡਾ ਪਰਿਵਾਰ ਸੀ ਬੜਾ ਧਾਰਮਿਕ ਕਿਸਮ ਦਾ ਪਰਿਵਾਰ ਸੀ। ਸਾਡੇ ਘਰ ਦੇ ਵਿੱਚ ਗੀਤਾ, ਮਹਾਭਾਰਤ ਵਗੈਰਾ ਸਾਡੇ ਬਾਬਾ ਜੀ ਜਿਹੜੇ ਪੜ੍ਹਿਆ ਕਰਦੇ ਸੀ ਜੀ, ਤੇ ਬੜੇ ਉਹ ਰਹਾ ਨਾਲ ਪੜ੍ਹਦੇ ਸੀਗੇ। ਮੈਂ ਚੌਥੀ ਪੰਜਵੀਂ 'ਚ ਜਦ ਹੁੰਦਾ ਸੀ ਉਹਨਾਂ ਦੇ ਕੋਲ ਬਹਿ ਜਾਣਾ, ਤੇ ਫਿਰ ਉਹਨਾਂ ਦੀ ਨਿਗਾਹ ਘੱਟ ਗਈ ਸੀਗੀ, ਤੇ ਉਹਨਾਂ ਨੇ ਮੈਨੂੰ ਕਹਿੰਦੇ ਸੀ ਵੀ ਕਾਕਾ ਤੂੰ ਮੈਨੂੰ ਤੂੰ ਪੜ੍ਹ ਕੇ ਸੁਣਾ। ਉਹ ਮੈਂ ਗੀਤਾ ਤੇ ਰਮਾਇਣ ਚੌਥੀ ਪੰਜਵੀਂ 'ਚ ਹੀ ਉਠਾਉਣ ਲੱਗ ਗਿਆ ਸੀ। ਹੁਣ ਅਰਥਾਂ ਦਾ ਤਾਂ ਮੈਨੂੰ ਪਤਾ ਨਹੀਂ ਸੀ ਮੇਰੇ ਕੀ ਅਰਥ ਨੇ, ਤੇ ਜਿਹੜੀ ਹੌਲੀ ਹੌਲੀ ਜੋੜ ਕੇ ਮੈਂ ਆਪਣੇ ਬਾਬਾ ਜੀ ਨੂੰ ਸੁਣਾਉਣ ਲੱਗ ਗਿਆ। ਤੇ ਫਿਰ ਇਸ ਤੋਂ ਬਾਅਦ ਸਕੂਲ ਚਲੇ ਗਏ। ਸਕੂਲ ਦੇ ਵਿੱਚ ਜਾ ਕੇ ਜਿਹੜਾ ਪੜ੍ਹਨ ਦੀ ਰੁਚੀ ਸੀ ਜਿਹੜੀ ਹੋਰ ਬਲਵਾਨ ਹੋ ਗਈ। ਦੂਜੀ ਗੱਲ ਇਹ ਆ ਵੀ ਮੈਂ ਬਹੁਤਾ ਹੁੰਦੜੇ ਨਹੀਂ ਸੀ ਹੁੰਦਾ, ਸਧਾਰਨ ਜਿਹਾ ਸੀ, ਤੇ ਮੇਰੀ ਜਿਹੜੀ ਰੁਚੀ ਖੇਡਣ ਕੁੱਦਣ ਵਿੱਚ ਘੱਟ ਸੀ, ਇੱਧਰ ਕਿਤਾਬਾਂ ਪੜ੍ਹਨ 'ਚ ਜ਼ਿਆਦਾ ਸੀ, ਤੇ ਮੈਨੂੰ ਕਿਤਾਬੀ ਕੀੜਾ ਹੀ ਕਹਿਣ ਲੱਗ ਗਏ ਸੀ। ਸਾਰੀ ਤਕਰੀਬਨ ਦਾ ਕਿਤਾਬੀ ਕੀੜਾ ਹੈਗਾ। ਤੇ ਸਕੂਲ 'ਚ ਜਾ ਕੇ ਸਕੂਲ ਦੀ ਲਾਇਬ੍ਰੇਰੀ ਸੀਗੀ, ਤੇ ਲਾਇਬ੍ਰੇਰੀ 'ਚ ਜਿੰਨੀਆਂ ਕਿਤਾਬਾਂ ਸੀਗੀਆਂ ਉਹ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਜਮ੍ਹਾਂ ਕਰਾ ਦੇਣੀ, ਦੂਜੀ ਲੈ ਆਉਣੀ। ਤੇ ਇਸ ਤਰ੍ਹਾਂ ਬਾਲ ਸਾਹਿਤ ਹੁੰਦਾ ਸੀਗਾ ਇੱਕ ਮੈਗਜ਼ੀਨ, ਤੇ ਬਾਲ ਸਾਹਿਤ ਪੜ੍ਹਨਾ, ਤੇ ਉਹਦੇ 'ਚ ਬੜੀਆਂ ਜਿਹੜੀਆਂ ਨੇ ਬੱਚਿਆਂ ਬਾਰੇ ਬਹੁਤ ਵਧੀਆ ਕਹਾਣੀਆਂ ਹੋਣੀਆਂ, ਤੇ ਜਿਵੇਂ ਆਪਾਂ ਪਰੀ ਕਹਾਣੀਆਂ ਜਿਹਨਾਂ ਨੂੰ ਕਹਿੰਦੇ ਹਾਂ, ਤੇ ਉਹ ਬੜੀਆਂ ਮਨ ਨੂੰ ਚੰਗੀਆਂ ਲੱਗਣੀਆਂ। ਤੇ ਇੱਕ ਮੈਂ ਛੋਟਾ ਸੀ, ਮੇਰਾ ਵੱਡਾ ਭਰਾ ਸੀ 9ਵੀਂ ਕਲਾਸ 'ਚ ਜਦ ਹੋਇਆ ਉਹ, ਤੇ 9ਵੀਂ ਕਲਾਸ ਦੇ ਵਿੱਚ ਉਹਨਾਂ ਨੂੰ ਇੱਕ ਕਿਤਾਬ ਲੱਗੀ ਹੁੰਦੀ ਸਾਹਿਤ ਭੂਸ਼ਣ। ਉਸ ਕਿਤਾਬ ਦੇ ਵਿੱਚ ਕਹਾਣੀਆਂ ਸੀ, ਕਵਿਤਾਵਾਂ ਸੀ। ਉਹਦੇ 'ਚ ਅਸੀਂ ਪਿੱਛੇ ਜਾ ਕੇ ਜਿਨ੍ਹਾਂ ਲੇਖਕਾਂ ਨੇ ਉਹ ਲਿਖੀਆਂ ਸੀ, ਪਿੱਛੇ ਜਾ ਕੇ ਉਹਨਾਂ ਦੀ ਜੀਵਨੀ ਹੁੰਦੀ ਸੀ ਵੀ ਇਹ ਜਿਹੜਾ ਬੰਦਾ ਹੈਗਾ, ਲੇਖਕ ਹੈਗਾ, ਕਿੱਥੇ ਪੈਦਾ ਹੋਇਆ, ਤੇ ਮਾਂ-ਬਾਪ ਦਾ ਕੀ ਨਾਂ ਹੈਗਾ, ਤੇ ਇਸ ਤਰ੍ਹਾਂ ਦੇ ਉਹਨੇ ਕਿੰਨੀਆਂ ਕਿਤਾਬਾਂ ਲਿਖੀਆਂ। ਉਹ ਮੇਰੇ ਮਨ 'ਚ ਇਹ ਜਿਗਿਆਸਾ ਪੈਦਾ ਹੋ ਗਈ ਵੀ ਇਹ ਬੰਦੇ ਨੇ ਜਿਹੜੇ ਉਹ ਬਹੁਤ ਹੀ ਉੱਚ ਪੱਧਰ ਦੇ ਨੇ, ਜਿਹਨੂੰ ਆਪਾਂ ਰਿਸ਼ੀ ਕਹਿੰਦੇ ਹਾਂ। ਮੇਰੇ ਆਈ ਕੌਣ ਬਣ ਗਏ ਉਹ ਵੀ ਇਸ ਤਰ੍ਹਾਂ ਦੇ ਜਿਹੜੇ ਬੰਦੇ ਮੈਂ ਮਿਲਣਾ ਚਾਹੁੰਦਾ, ਦੇਖਣਾ ਚਾਹੁੰਦਾ, ਜਾਂ ਮੈਂ ਇਹੋ ਜਿਹਾ ਬਣਨਾ ਚਾਹੁੰਦਾ। ਇਸ ਤਰ੍ਹਾਂ ਦੀ ਰੁਚੀ ਪੈਦਾ ਹੋ ਗਈ। ਤੇ ਫਿਰ ਇਸੇ ਦੌਰਾਨ ਮੇਰੇ ਕੋਲ ਇੱਕ ਕਿਤਾਬਾਲ ਪੁਸਤਕ ਲੱਗੀ, ਮਹਾਨ ਬੱਚੇ। ਮਹਾਨ ਬੱਚਿਆਂ 'ਚ ਸਾਹਿਬਜ਼ਾਦਿਆਂ ਬਾਰੇ ਸੀ, ਭਾਈ ਹਕੀਕਤ ਬਾਰੇ ਸੀ, ਯਾਨੀ ਜਿਹੜੇ ਬੰਦੇ ਜਿਹੜਾ ਆਪਣੇ ਉਹ ਸੰਗੀਤਕਾਰ ਮਦਨ ਜਿਹੜਾ ਸੀਗਾ, ਛੋਟਾ ਜਿਹਾ ਬੱਚਾ ਸੀਗਾ ਜਿਹੜਾ, ਉਹਦੇ ਬਾਰੇ ਸੀ। ਤੇ ਮੈਨੂੰ ਬਹੁਤ ਹੀ ਉਸ ਕਿਤਾਬ ਨੇ ਪ੍ਰਭਾਵਿਤ ਕੀਤਾ। ਤੇ ਮੈਂ ਦੇਖਿਆ ਵੀ ਐਡੇ ਐਡੇ ਬੱਚੇ ਜਿਹੜੇ ਹੈਗੇ ਆ ਨਿੱਕੇ ਨਿੱਕੇ, ਵੀ ਇਹਨਾਂ ਬਾਰੇ ਵੀ ਲੋਕਾਂ ਨੇ ਲਿਖਿਆ ਹੋਇਆ, ਤੇ ਵੀ ਇਹੋ ਜਿਹੇ ਉਹ ਮੇਰੇ ਆਈਕਨ ਬਣੇ ਵੀ ਕੁਛ ਇਹੋ ਜਿਹਾ ਕਰਨਾ ਚਾਹੀਦਾ ਜ਼ਿੰਦਗੀ 'ਚ ਜਿਹੜਾ ਯਾਦ ਰਹਿ ਜਾਵੇ। ਤੇ ਉਹ ਮੈਂ ਦੇਖਿਆ ਜਦ ਉਹ ਲਿਖੀ, ਉਹ ਸੰਪਾਦਕ ਕਿਤਾਬ ਸੀ ਪੰਜਾਬੀ ਲਿਖਾਰੀ ਸਭਾ ਰਾਮਪੁਰ। ਪੰਜਾਬੀ ਲਿਖਾਰੀ ਸਭਾ ਰਾਮਪੁਰ ਭਾਵੇਂ ਤੋਂ 3-4 ਕਿਲੋਮੀਟਰ ਸਾਡੇ ਤੋਂ ਪਿੰਡ ਸੀ, ਪਰ ਮੈਨੂੰ ਯਕੀਨ ਨਹੀਂ ਸੀ ਆਉਂਦਾ ਵੀ ਇੱਕ ਪਿੰਡ, ਇਸ ਪਿੰਡ ਦੇ ਲੋਕ ਇਹੋ ਜਿਹਾ ਵਧੀਆ ਵੀ ਲਿਖ ਸਕਦੇ ਆ। ਉਹਦਾ ਮੇਰੇ ਨਾਲ ਬਹੁਤ ਦੇਰ ਬਾਅਦ ਮੇਰਾ ਪੰਜਾਬੀ ਲਿਖਾਰੀ ਸਭਾ ਨਾਲ ਸੰਪਰਕ ਬਣਿਆ। ਤੇ ਇੱਕ ਜਿਹੜੀ ਗੱਲ ਮੈਂ ਹੁਣ ਮਹਿਸੂਸ ਕਰਦਾ ਵੀ ਇਹ ਜਿਹੜਾ ਹੈਗਾ ਗੁਣ ਮੈਨੂੰ ਵਿਰਾਸਤ 'ਚੋਂ ਮਿਲਿਆ। ਤੇ ਮੇਰੇ ਨਾਨਾ ਜੀ, ਮੈਂ ਲੰਗਿਆਣੇ ਕਲਾਂ ਮੇਰੇ ਨਾਨਕੇ ਨੇ, ਲੰਗਿਆਣੇ ਪੁਰਾਣੇ, ਤੇ ਮੇਰੇ ਨਾਨਾ ਜੀ ਜਿਹੜੇ ਨੇ ਉਹ ਮੈਂ ਸੁਣਿਆ ਪੰਡਤ ਚੰਨਣ ਰਾਮ ਜੀ ਉਹਨਾਂ ਦਾ ਨਾਂ ਸੀ। ਤੇ ਉਹ ਮੈਂ ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਉਹ ਕਿੱਸਾਕਾਰ ਸੀ, ਤੇ ਉਹਨਾਂ ਦੇ ਮੈਂ ਫਿਰ ਕਈ ਸ਼ਾਗਿਰਦਾਂ ਨੂੰ ਗਾਉਂਦੇ ਸੁਣਿਆ, ਤੇ ਫਿਰ ਪਤਾ ਲੱਗਿਆ ਵੀ ਇਹ ਮੇਰੇ ਨਾਨਾ ਜੀ ਦੇ ਚੇਲੇ ਨੇ, ਸ਼ਾਗਿਰਦ ਨੇ। ਤੇ ਸ਼ਾਇਦ ਉਹੀ ਵਿਰਾਸਤ ਜਿਹੜੀ ਆ ਉਹ ਮੇਰੇ ਵੱਲ ਆ ਗਈ। ਤੇ ਮੇਰਾ ਛੋਟਾ ਭਰਾ ਸਾਧੂ ਰਾਮ ਲੰਗਿਆਣਾ ਜਿਹੜਾ ਹੈਗਾ, ਤੇ ਉਹ ਮੇਰੇ ਮਾਮਾ ਜੀ ਦਾ ਲੜਕਾ, ਤੇ ਮੇਰੇ ਖਿਆਲ ਅਸੀਂ ਸਾਨੂੰ ਦੋਨਾਂ ਨੂੰ ਇਹ ਜਿਹੜੀ ਆ ਦਾਤ ਵਿਰਸੇ 'ਚ ਮਿਲੀ। ਮੈਂ ਅਤੇ ਭਨੋਟ ਸਾਹਿਬ ਵੀ ਕਹਿ ਸਕਦੇ ਨੇ ਕਿ ਅਸੀਂ, ਇਹਨਾਂ ਨੇ ਸਾਨੂੰ ਗਜ਼ਲ ਦੇ ਲੜ ਲਾਇਆ, ਗਜ਼ਲ ਦੀ ABC ਦੱਸੀ, ਗਜ਼ਲ ਦੇ ਜਿਹੜੇ ਖਾਸ ਨੁਕਤੇ ਹੁੰਦੇ ਆ
ਉਹ ਇਹਨਾਂ ਨੇ ਸਾਨੂੰ ਸਮਝਾਏ। ਜ਼ਿਆਦਾਤਰ ਅਜੀਤ ਅਖਬਾਰ ਦੇ ਵਿੱਚ ਐਤਵਾਰ ਨੂੰ ਪੰਜਾਬੀ ਫੁਲਵਾੜੀ ਸ਼ਬਦ ਜਿਹੜੀ ਉਹਦੇ ਵਿੱਚ ਗਜ਼ਲ ਬਾਰੇ ਹਮਦਰਦ ਸਾਹਿਬ ਲਿਖਦੇ, ਤੇ ਉਹਦੇ ਤੇ ਫਿਰ ਕਈ ਵਾਰੀ ਹਮਦਰਦ ਸਾਹਿਬ ਸਾਨੂੰ ਤਰ੍ਹਾਂ ਵਿਸਰ ਦਿੰਦੇ ਤੇ ਅਸੀਂ ਮਤਲਬ ਉੱਤੇ ਲਿਖ ਕੇ ਭੇਜਦੇ, ਤੇ ਸਾਡੀਆਂ ਉਹ ਗਜ਼ਲਾਂ ਛਪਦੀਆਂ। ਜਿੰਨੇ ਸ਼ੇਰ ਮਤਲਬ ਦਰੁਸਤ ਕਰਨ ਤੇ ਉਹਨਾਂ ਨੂੰ ਜ਼ਿਆਦਾ ਟਾਈਮ ਨਾ ਲੱਗਦਾ, ਉਹ ਉਹਨਾਂ ਨੇ ਛਾਪ ਦੇਣੇ। ਤੇ ਇਹ ਸਾਡੀ ਸ਼ੁਰੂਆਤ ਸੀ। ਮਾਲਵੇ ਦੀ ਧਰਤੀ ਦਾ ਜੰਮਪਲ ਇਹ ਸ਼ਾਇਰ ਹਰ ਮਾਹੌਲ ਵਿੱਚ ਸ਼ੇਰ ਕਹਿ ਲੈਣ ਦਾ ਆਦੀ ਹੈ। ਇਹ ਕਮਾਲ ਉਸ ਨੂੰ ਐਵੇਂ ਹੀ ਹਾਸਲ ਨਹੀਂ ਹੋਇਆ, ਇਹ ਤਾਂ ਨਿਰੰਤਰ ਸਾਲਾਂ ਬੱਧੀ ਉਸ ਦੀ ਸਾਧਨਾ ਦਾ ਫਲ ਹੈ। ਉਸ ਨੇ ਉੱਚ ਪਾਏ ਦੇ ਉਰਦੂ ਸ਼ਾਇਰਾਂ ਦਾ ਕਲਾਮ ਗੌਰ ਨਾਲ ਪੜ੍ਹਿਆ, ਭਾਵੇਂ ਇਹ ਉਸ ਨੂੰ ਦੇਵਨਾਗਰੀ ਲਿਪੀ ਰਾਹੀਂ ਪੜ੍ਹਨਾ ਪਿਆ। ਉਸ ਨੇ ਉਰਦੂ ਗਜ਼ਲ ਦੇ ਸੁਭਾਅ ਨੂੰ ਸਮਝਿਆ ਹੈ, ਪਰ ਪੰਜਾਬੀ ਵਿੱਚ ਗਜ਼ਲ ਕਹਿਣ ਸਮੇਂ ਨਰੋਲ ਪੰਜਾਬੀਅਤ ਦੀ ਪੁੱਠ ਚਾੜੀ ਹੈ। ਨੋਟ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਛੋਟੀ ਉਮਰ 'ਚ ਹੀ ਤੁਹਾਨੂੰ ਪੁੱਸ ਪੈ ਗਿਆ, ਤੁਸੀਂ ਪੜ੍ਹਦੇ ਰਹੇ, ਬਿਲਕੁਲ। ਔਰ ਲਿਖਣ ਵੱਲ ਕਿਸ ਤਰ੍ਹਾਂ ਆਏ ਵੀ ਇਸ ਬਾਰੇ ਸਾਨੂੰ ਦੱਸੋ। ਉਹ ਪੜ੍ਹਦਿਆਂ ਤਕਰੀਬਨ ਲਗਭਗ 8ਵੀਂ ਕਲਾਸ ਦੇ ਵਿੱਚ ਜਿਹੜੇ ਆਮ ਉਹਨਾਂ ਦੇ ਨਾਲ ਲਾਊਡ ਸਪੀਕਰ ਚੱਲਦੇ ਸੀਗੇ, ਗਾਣੇ ਵੱਜਦੇ ਸੀਗੇ, ਤੇ ਮੈਨੂੰ ਵੀ ਰੁਚੀ ਹੋਈ ਵੀ ਜਿਹੜੇ ਹੈਗੇ ਆ ਮੈਨੂੰ ਕੁਛ ਲਿਖਣਾ ਚਾਹੀਦਾ। ਉਹ ਫਿਰ ਮੈਂ ਉਸ ਤਰ੍ਹਾਂ ਦੇ ਜਿਹੜੇ ਪ੍ਰਚਲਿਤ ਕਿਸਮ ਦੇ ਉਹ ਜਿਹੜੇ ਆ ਤੁਕਬੰਦੀ ਜੀ ਕਰਨ ਲੱਗ ਪਿਆ ਸੀਗਾ 8ਵੀਂ ਕਲਾਸ ਦੇ ਵਿੱਚ, ਤੇ ਉਹ ਸੁਣਾਉਣੀ ਮੈਂ ਬੱਚਿਆਂ ਨੂੰ, ਤਾਂ ਉਹਨਾਂ ਨੇ ਵਾਹਵਾ ਆਕਰ ਛੱਡਣੀ। ਫਿਰ ਮੈਂ 10ਵੀਂ ਕੀਤੀ, ਤੇ ਫਿਰ ਮੈਂ ਗਿਆ ਮਾਲਵਾ ਕਾਲਜ, ਸਮਰਾਲਾ ਬੌਂਗੜੀ ਕਾਲਜ ਆ, ਉੱਧਰ ਮੈਂ ਦਾਖਲ ਹੋਇਆ। ਉੱਥੇ ਕਾਲਜ ਦੀ ਇੱਕ ਸਾਹਿਤ ਸਭਾ ਸੀ ਕਾਲਜ ਦੇ ਵਿੱਚ। ਮਾਹੌਲ ਜਿਹੜਾ ਸੀ ਸਾਹਿਤਕ ਮਾਹੌਲ ਸੀ ਕਾਲਜ ਦਾ, ਤੇ ਸਾਡੇ ਇੱਕ ਦੋ ਪ੍ਰੋਫੈਸਰ ਜੀ ਉਹ ਸਾਹਿਤਕਾਰ ਸੀ, ਉਹਨਾਂ ਦੇ ਵਿੱਚੋਂ ਹਮਦਰਦ ਵੀ, ਨਸ਼ਹਿਰ ਵੀ, ਉਹ ਕਹਾਣੀਕਾਰ ਵੀ ਸੀਗੇ, ਕਵਿਤਾ ਵੀ ਲਿਖਦੇ ਸੀ, ਤੇ ਉਹ ਸਾਡੇ ਜਿਹੜੇ ਸੀ ਰਾਜਨੀਤੀ ਵਿਗਿਆਨ ਦੇ ਜਿਹੜੇ ਸੀਗੇ ਉਹ ਪ੍ਰੋਫੈਸਰ ਸੀ। ਤੇ ਉਹਨਾਂ ਤੋਂ ਜਾਗ ਲੱਗੀ, ਤੇ ਫਿਰ ਉਹ ਖੁੱਲ੍ਹੀ ਕਵਿਤਾ ਲਿਖਦੇ ਸੀ, ਤੇ ਮੈਂ ਵੀ ਖੁੱਲ੍ਹੀ ਕਵਿਤਾ ਲਿਖਣ ਲੱਗ ਗਿਆ, ਤੇ ਕਈ ਸਾਲ ਲਿਖੀ। ਤੇ ਲਗਭਗ ਜਦ ਮੈਂ BA 'ਚ ਸੀਗਾ, ਤੇ ਕਵਿਤਾ ਮੈਂ ਉਹ ਕਾਲਜ ਦਾ ਮੈਗਜ਼ੀਨ ਸੀ ਮਾਲਵਿੰਦਰ, ਤੇ ਮੈਂ ਆਪਣੀ ਕਵਿਤਾ ਸੀ ਲਿਖੀ, ਤੇ ਲਿਖ ਕੇ ਤਰਗਾੜਾ ਸੀ ਉਹਦਾ ਨਾਮ, ਤੇ ਲਿਖ ਕੇ ਦੇ ਦਿੱਤੀ। ਤੇ ਮੈਨੂੰ ਇਹਨਾਂ ਨਹੀਂ ਪਤਾ ਵੀ ਚਲੋ ਇਹ ਛਪਣਯੋਗ ਹੈ ਜਾਂ ਨਹੀਂ, ਪਰ ਜਦ ਮੈਂ ਮੈਗਜ਼ੀਨ ਆਇਆ, ਉਹ ਮੇਰੀ ਕਵਿਤਾ ਪਹਿਲਾਂ ਮੇਰੀ ਕਵਿਤਾ ਛਪੀ ਹੋਈ ਸੀ, ਤੇ ਉਹ ਆਪਣਾ ਨਾਂ ਜਿਹੜਾ ਦੇਖ ਕੇ ਉਹ ਬੜਾ ਮਨ ਖੁਸ਼ ਹੋਇਆ। ਤੇ ਫਿਰ ਕਹਾਣੀ ਜਿਹੜੇ ਹੈ ਨਾ, ਕੋਈ ਸਾਡੇ ਦੋਸਤ ਕਹਾਣੀ ਵੀ ਲਿਖਦੇ ਹੁੰਦੇ ਸੀ ਉੱਥੇ, ਤੇ ਫਿਰ ਮੈਂ ਕਿਹਾ ਵੀ ਕਹਾਣੀ ਵੀ ਲਿਖਣੀ ਚਾਹੀਦੀ ਆ, ਤੇ ਕੁਛ ਮੈਂ ਉਹਨਾਂ ਦਿਨਾਂ 'ਚ ਕਹਾਣੀਆਂ ਲਿਖੀਆਂ। ਤੇ ਫਿਰ ਮੈਂ ਕਵਿਤਾ ਛੱਡ ਕੇ ਕਈ ਸਾਲ ਕਹਾਣੀਆਂ ਲਿਖਦਾ ਰਿਹਾ। ਤੇ ਫਿਰ ਸਾਡਾ ਜਿਹੜਾ ਸੰਬੰਧ ਹੈਗਾ ਪੰਜਾਬੀ ਲਿਖਾਰੀ ਸਭਾ ਰਾਮਪੁਰ ਨਾਲ ਜੁੜਿਆ। ਪਹਿਲਾਂ ਅਸੀਂ ਸਾਹਿਤ ਸਭਾ ਸਮਰਾਲੇ ਨਾਲ ਜੁੜਿਆ ਮੈਂ, ਫਿਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਨਾਲ। ਪੰਜਾਬੀ ਸਭਾ ਲਿਖਾਰੀ ਸਭਾ ਰਾਮਪੁਰ ਜਿਹੜੀ ਹੈਗੀ ਆ, ਉਹ ਮੇਰੇ ਜਨਮ ਤੋਂ 6 ਮਹੀਨੇ ਵੱਡੀ ਆ। ਮਤਲਬ 53 ਮੇਰਾ ਬਰਥ 53 ਦਾ, ਤੇ ਉਹ 7 ਅਗਸਤ 1953 ਤੋਂ ਉਹ ਸ਼ੁਰੂ ਹੋਈ ਆ। ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ, ਤੇ 3-4 ਜਿਹੜੇ ਇਹ ਮੋਢੀ ਹੀ ਸੀ ਸਭਾ ਦੇ, ਤੇ ਮੈਂ ਉਹਦੇ ਨਾਲ ਜੁੜ ਗਿਆ। ਤੇ ਲਿਖਾਰੀ ਸਭਾ ਰਾਮਪੁਰ ਜਿਹੜੀ ਆ, ਇੱਕ ਤਾਂ ਪੰਜਾਬੀ ਦੇ ਪਹਿਲੀਆਂ ਸਭਾਵਾਂ 'ਚੋਂ 2-3 ਸਭਾਵਾਂ 'ਚੋਂ ਇੱਕ ਆ ਜਿਹੜੀ ਹੁਣ ਤਾਈਂ ਚੱਲ ਰਹੀ ਆ। ਹੋਰ 5-6 ਸਾਲ ਨੂੰ ਅਸੀਂ ਉਹਦਾ ਸਿਲਵਰ ਜੁਬਲੀ ਜਿਹੜਾ ਉਹ ਵੀ ਸਮਾਗਮ ਮਨਾਇਆ, ਫਿਰ ਅਸੀਂ ਉਹਦਾ ਗੋਲਡਨ ਜੁਬਲੀ ਮਨਾਇਆ, ਤੇ ਹੁਣ ਮੇਰਾ ਖਿਆਲ 5-6 ਸਾਲ ਉਹਦਾ ਪਲੈਟੀਨਮ ਜੁਬਲੀ ਉਹਦੀ ਮਨਾ ਰਿਹਾ। ਉੱਥੇ ਤਕਰੀਬਨ ਪੰਜਾਬੀ ਦਾ ਹਰ ਵੱਡੇ ਤੋਂ ਵੱਡਾ, ਭਾਵੇਂ ਉਹ ਕਹਾਣੀਕਾਰ ਆ, ਨਾਵਲਕਾਰ ਆ ਜਾਂ ਕਵੀ ਹੈਗਾ, ਉੱਥੇ ਆਇਆ, ਤੇ ਉਹ ਮੇਰਾ ਲੇਖਕਾਂ ਨਾਲ ਜਿਹੜਾ ਹੈਗਾ ਸੰਪਰਕ ਜੁੜਿਆ। ਕਹਾਣੀ ਲਿਖਦਾ ਫਿਰ ਉਹਨਾਂ ਦਿਨਾਂ ਵਿੱਚ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਹੁੰਦੇ ਸੀ ਅਜਾਇਬ ਚਿੱਤਰਕਾਰ ਸਾਹਿਬ ਜੀ। ਅਜਾਇਬ ਚਿੱਤਰਕਾਰ ਸਾਹਿਬ ਬੜੇ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ, ਤੇ ਨਾਲ ਕੁਲਵੰਤ ਢਿੱਲੋਂ ਸਾਹਿਬ, ਤੇ ਮਹਿੰਦਰ ਰਾਮਪੁਰੀ ਸਕੱਤਰ ਹੁੰਦੇ ਸੀਗੇ। ਤੇ ਇਸ ਤਰ੍ਹਾਂ ਫਿਰ ਮੇਰਾ ਜਿਹੜਾ ਜਦ ਉਹਨਾਂ ਨੇ ਰਚਨਾਵਾਂ ਸੁਣਨੀਆਂ, ਤੇ ਉਹਨਾਂ ਨੇ ਵਾਹਵਾ ਜਿਹੜੀ ਹੋਣੀ ਆ, ਹੁਣ ਕਹਾਣੀ ਵਾਲਿਆਂ ਨੂੰ ਤਾਂ ਕੋਈ ਵਾਹਵਾ ਕਿੱਥੇ ਕਹਿੰਦਾ, ਉਹ ਕਿ ਵੀ ਜਦ ਇਹ ਹੁਣ ਗਜ਼ਲ ਲਿਖਣੀ ਚਾਹੀਦੀ ਆ।
ਪਹਿਲਾਂ ਮੈਂ ਰਵਾਈਆਂ ਲਿਖੀਆਂ, ਗਜ਼ਲ ਨੂੰ ਹੱਥ ਨਹੀਂ ਸੀ ਮੈਂ ਕਹਿੰਦਾ ਸੀ ਲਿਖਣੀ ਬਹੁਤ ਔਖੀ ਆ, ਇਹ ਲਿਖਣੀ ਨਹੀਂ ਆਉਂਦੀ। ਮੈਂ ਪਹਿਲਾਂ ਰਵਾਈ ਲਿਖਣੀ ਸ਼ੁਰੂ ਕੀਤੀ, 1 ਸਾਲ 1.5 ਸਾਲ ਰਵਾਈ ਲਿਖਦਾ ਰਿਹਾ। ਫਿਰ ਮੈਂ ਕਿਹਾ ਰਵਾਈ ਲਿਖਿਆ ਚਲ ਗਜ਼ਲ ਵੀ ਲਿਖ ਕੇ ਦੇਖੀਏ। ਉਹ ਫਿਰ ਮੈਂ ਤੁਕਬੰਦੀ ਜੀ ਕਰਕੇ 5-6 ਸ਼ੇਰ ਜਿਹੜਾ ਹੈਗਾ ਉਹ ਗਜ਼ਲ ਲਿਖਣ ਲੱਗ ਗਿਆ। ਪਰ ਮੈਨੂੰ ਇਹ ਅਫਸੋਸ ਹੈਗਾ ਜਿਹੜੇ ਉਹ ਸ਼ਾਇਰ ਸੀ ਉਹਨਾਂ ਨੂੰ ਬਦਨ ਬਹਿਰ ਬਾਰੇ ਵੀ ਪਤਾ ਸੀ, ਰੂਜ਼ ਬਾਰੇ ਵੀ ਪਤਾ ਸੀ, ਪਰ ਮੈਨੂੰ ਕਦੇ ਕਿਸੇ ਨੇ ਕੁਛ ਦੱਸਿਆ ਨਹੀਂ ਹੈਗਾ। ਮੇਰੀਆਂ ਰਚਨਾਵਾਂ ਸੁਣਨੀਆਂ ਵਾਹ ਕਿਹੜੀਆਂ ਬੱਲੇ ਬੱਲੇ ਕਰੀ ਜਾਂਦੇ, ਕਿਉਂ ਖਿਆਲ ਤਾਂ ਹਰੇਕ ਕੋਲ ਹੁੰਦੇ ਨੇ। ਉਹ ਜਦੋਂ ਮੈਂ 2-3 ਸਾਲ ਨਿਰੰਤਰ ਲਿਖਦਾ ਰਿਹਾ, ਮੇਰੇ ਕੋਲ ਕਿਤਾਬ ਯੋਗਾ ਮੈਟਰ ਹੋ ਗਿਆ, ਤੇ ਮੈਂ ਸੋਚਿਆ ਚਲੋ ਛਪੂ ਲਈਏ। ਪਰ ਇਹ ਛਪਾਉਣ ਬਾਰੇ ਖਿਆਲ ਇਹ ਕੀਤਾ ਸੀਗਾ, ਇੱਕ ਦਿਨ ਲਿਖਾਰੀ ਸਭਾ ਰਾਮਪੁਰ ਦੀ ਮੀਟਿੰਗ ਤੋਂ ਬਾਅਦ ਅਸੀਂ ਵੈਸੇ ਬੈਠੇ ਸੀ, ਤੇ ਮਹਿੰਦਰ ਰਾਮਪੁਰ ਜਿਹੜਾ ਸਕੱਤਰ ਸੀ ਉਹਨਾਂ ਦਿਨਾਂ 'ਚ, ਉਹ ਕਹਿੰਦਾ ਵੀ ਮਨੋਟ ਬਈ ਤੂੰ ਕਿੰਨੇ ਸਾਲ ਤੋਂ ਗਜ਼ਲ ਲਿਖਦਾ ਆ ਰਿਹਾ ਤੇ ਤੇਰੇ ਖਿਆਲ ਵੀ ਵਧੀਆ ਨੇ, ਤੇ ਕਿਤਾਬ ਦਾ ਮੈਟਰ ਵੀ ਤੇਰੇ ਕੋਲ ਹੋ ਸਕਦਾ ਹੋ ਗਿਆ ਹੋਵੇ, ਪਰ ਯਾਰ ਜੇ ਤੂੰ ਕਹਿੰਦਾ ਗਜ਼ਲ ਲਿਖਣੀ ਆ ਤਾਂ ਇਹਦੇ ਲਈ ਤੈਨੂੰ ਇਹਦੇ ਤਕਨੀਕੀ ਜਾਣਕਾਰੀ ਹੋਣੀ ਚਾਹੀਦੀ ਆ। ਮੈਂ ਉਹ ਤਕਨੀਕੀ ਜਾਣਕਾਰੀ ਕਿਸ ਤਰ੍ਹਾਂ ਦੀ ਹੁੰਦੀ ਆ, ਉਹ ਕਹਿੰਦਾ ਇਲਮ ਮਰੂਦ ਬਾਰੇ ਤੈਨੂੰ ਵਾਕਫੀਅਤ ਹੋਣੀ ਚਾਹੀਦੀ ਹੈ। ਉਹਨਾਂ ਦੇ ਨਾਮ ਵਿੱਚ ਨਾ ਮੈਂ ਇਲਮ ਮਰੂਦ ਸੁਣਿਆ ਸੀ, ਨਾ ਕੁਛ ਵੀ ਨਹੀਂ ਸੀ ਜਾਣਦਾ, ਤੇ ਮੈਂ ਕਿਹਾ ਵੀ ਮੈਨੂੰ ਦੱਸੋ। ਉਹਨੂੰ ਸਿਰਫ ਜਿਹੜੇ ਤਾਂ ਗਜ਼ਲ ਲਿਖਦੇ ਸੀ ਉਹਨਾਂ ਨੇ ਮੈਨੂੰ ਕੁਛ ਦੱਸਿਆ ਹੈਗਾ। ਅੱਛਾ ਜੀ। ਤੇ ਉਹ ਕਹਿੰਦੇ ਵੀ ਮੈਨੂੰ ਤਾਂ 4 ਹੁੰਦੇ ਤਾਂ ਰੁਕਨ 7-8 ਨੇ ਗਜ਼ਲ ਦੇ ਇਹਦੇ ਰੂਜ਼ ਦੇ, ਮੈਨੂੰ 4 ਰੁਕਨ ਪਤਾ, ਤੇ ਮੈਂ ਤੈਨੂੰ 4 ਦੱਸ ਦਿੰਦਾ। ਉਹ ਜਿਹੜੇ ਰੁਕਨ ਮੈਨੂੰ ਦੱਸੇ ਉਹਨਾਂ ਨੇ ਮੋਬਾਈਲ ਫਾਇਲਾਤੁਨ ਫਾਇਲੁਨ ਫੌਲਨ ਵਗੈਰਾ, ਕਿਉਂ ਮੇਰੇ ਲਈ ਸਾਰੇ ਉੱਪਰੇ ਸੀ। ਮੈਂ ਵੀ ਇਹ ਮੈਨੂੰ ਤਾਂ ਨਹੀਂ ਪਤਾ ਲੱਗਿਆ ਕੀ ਹੁੰਦੇ ਨੇ, ਤੂੰ ਮੈਨੂੰ ਸੌਖੇ ਢੰਗ ਨਾਲ ਸਮਝਾ। ਤੇ ਉਹਨੇ ਮੈਨੂੰ ਫਿਰ ਲਘੂ ਗੁਰੂ ਪਿੰਗਲ ਦੇ ਅਨੁਸਾਰ ਦੱਸ ਦਿੱਤੇ। ਪਿੰਗਲ ਬਾਰੇ ਮੈਂ ਮਾੜਾ ਮੋਟਾ ਜਾਣਦਾ ਸੀ ਵੀ ਲਘੂ ਜਿਹੜਾ ਹੈਗਾ ਛੋਟੇ ਅੱਖ ਲਕੀਰ ਹੁੰਦੀ ਆ, ਤੇ ਗੁਰੂ ਜਿਹੜਾ ਇਸ ਵਰਗਾ ਹੁੰਦਾ। ਤੇ ਕਹਿੰਦਾ ਤੂੰ ਇਸ ਢੰਗ ਨਾਲ ਕਰਕੇ ਦੇਖ ਲਈ। ਕਹਿੰਦਾ ਵੀ ਆਹ ਰੁਕਨ 4 ਨੇ। ਮੈਨੂੰ ਉਹ ਗਜ਼ਲ ਦਾ ਸ਼ਾਇਰ ਨਹੀਂ ਸੀ, ਉਹਨੂੰ ਮਾੜੀ ਮੋਟੀ ਕਦੇ ਗਜ਼ਲ ਉਹ ਲਿਖ ਲੈਂਦਾ ਸੀਗਾ, ਕਦੇ ਉਹਨਾਂ ਦੇ ਰੀਸ। ਉਹ ਕਹਿੰਦਾ ਵੀ ਤੂੰ ਆਹ ਰੁਕਨ ਨੇ ਜਿਹੜੇ ਗਜ਼ਲ ਦੇ ਸ਼ਾਇਰ ਨੇ, ਤੂੰ ਉਹਨਾਂ ਦੀਆਂ ਗਜ਼ਲਾਂ ਨੂੰ ਇਹਨਾਂ ਉਹਨੇ ਦੱਸਦਾ ਸੀ ਵੀ ਕਿਵੇਂ ਕੱਢਣੇ ਹੈਗੇ ਆ, ਇਹ ਤਖਤੀਕ ਕਿਵੇਂ ਕਰਨੀ ਆ, ਵੀ ਜਿਹਨੂੰ ਤਾਂ ਮਾਤਰਾ ਲੱਗੀ ਹੋਵੇ ਵੱਡੀ ਉਹ ਗੁਰੂ ਆ, ਤੇ ਇਕੱਲਾ ਅੱਖਰ ਹੋਵੇ ਔਕਰ ਸਿਆਲੀ ਹੋਵੇ ਉਹ ਲਘੂ ਆ। ਤੇ ਮੈਂ ਜਦੋਂ ਆਪਣੇ ਕੁਛ ਗਜ਼ਲ ਹੋਰ ਜਿਹੜੇ ਮੈਨੂੰ ਪਸੰਦ ਸੀ ਉਹਨਾਂ ਦਾ ਮੈਂ ਦੇਖਿਆ ਵੀ ਕਿਹੜੇ ਰੁਕਨ 'ਚ ਲਿਖਦੇ ਨੇ। ਬਾਕੀ ਬਹਿਰਪੂਰ ਬਾਰੇ ਹੋਰ ਇਹਦਾ ਨਾਮਾਂ ਨੂੰ ਬਾਰੇ ਮੈਨੂੰ ਵੱਖ ਨਹੀਂ ਸੀ ਪਤਾ, ਤੇ ਮੈਂ ਉਸ ਢੰਗ ਨਾਲ ਦੇਖਿਆ ਵੀ ਇਹ ਤਾਂ ਸੱਚ ਨਾਲ ਇਸ ਤਰਤੀਬ 'ਚ ਲਿਖਦੇ ਨੇ। ਜਦ ਮੈਂ ਆਪਣਾ ਪਲੰਗਾ ਫੋੜਿਆ ਤਾਂ ਉਹ ਹੁਣ ਮੈਨੂੰ ਪਤਾ ਹੀ ਨਹੀਂ ਸੀ ਮੈਂ ਕੀ ਲਿਖਣਾ ਸੀ ਉਹਦੇ ਬਾਰੇ। ਉਹ ਮੈਂ ਸਾਰਾ ਪਲੰਦਾ ਜਿਹੜਾ ਹੈਗਾ ਪਾੜ ਕੇ ਸੁੱਟ ਦਿੱਤਾ। ਅੱਛਾ ਜੀ। ਹਾਂ, ਮੈਂ ਵੀ ਇਹ ਤਾਂ ਗਜ਼ਲਾਂ ਹੈ ਹੀ ਨਹੀਂ ਗੀਆਂ। ਉਹਨੇ ਮੈਨੂੰ ਇਹ ਵੀ ਕਿਹਾ ਸੀ ਤੂੰ ਇਹ ਛਪਵਾ ਲਿਆ, ਪਹਿਲੀ ਕਿਤਾਬ ਆ ਤੇਰੀ, ਵੀ ਜੇ ਜਿਹਨੇ ਤੇਰੀ ਇਹ ਕੱਚੀ ਪਿੱਲੀ ਰਚਨਾ ਪੜ੍ਹ ਲਈ ਹੈ, ਪਹਿਲੀ ਗੱਲ ਤਾਂ ਵੀ ਜੇ ਤੂੰ ਗਜ਼ਲ ਲਿਖੇਗਾ, ਜਿਹੜੇ ਗਜ਼ਲ ਵਾਲੇ ਨੇ ਇਹਨਾਂ ਨੇ ਤੇਰਾ ਦੇਖ ਲਾ ਕੀ ਹਾਲ ਕਰਨਗੇ। ਹੁਣ ਵੀ ਇੱਦਾਂ ਹੀ ਹੁੰਦੀ ਆ, ਦੱਸਦਾ ਕੋਈ ਹੈ ਨਹੀਂ, ਰੁਕ ਕਰਨ ਵਾਲੇ ਸਾਰੇ ਹੀ। ਤੇ ਉਹ ਬਈ ਚਾਹੇ ਦੂਜੀ ਗਾ ਵੀ ਜਦ ਤੂੰ ਦੂਜੀ ਕਿਤਾਬ ਭਾਵੇਂ ਤੂੰ ਵਧੀਆ ਵੀ ਲਿਖ ਲਵੇ, ਤੇਰੀ ਕਿਸੇ ਨੇ ਕਿਤਾਬ ਨਹੀਂ ਪੜ੍ਹਨੀ ਹੈ। ਤੇ ਇਸ ਕਰਕੇ ਜਾਣਦਾ ਤੂੰ ਗਜ਼ਲ ਲਿਖਣੀ ਛੱਡ ਦੇ, ਕੁਛ ਹੋਰ ਕੰਮ ਕਰ ਲਾ, ਕਹਾਣੀ ਲਿਖ ਲਾ ਤੇ ਜਾ ਫਿਰ ਇਹਨੂੰ ਸਿੱਖ ਲਾ। ਤੇ ਮੈਂ ਗਜ਼ਲ ਮੈਨੂੰ ਪਸੰਦ ਬਹੁਤ ਸੀਗਾ, ਮੈਂ ਕਿਹਾ ਛੱਡਣੀ ਤਾਂ ਨਹੀਂ ਹੈਗੀ। ਤੇ ਉਹ ਮੈਂ ਸਾਰਾ ਕੁਛ ਪਾਟਿਆ, ਫਿਰ ਕੱਲਾ ਰੁਕਨ ਲੈ ਕੇ ਮੈਂ ਹੌਲੀ ਕੋਸ਼ਿਸ਼ ਕਰਕੇ ਲਿਖਣ ਲੱਗਿਆ। ਪਹਿਲਾਂ ਤਾਂ ਸੀਗਾ ਵੀ ਜੇ ਤਾਂ ਮੈਂ ਖਿਆਲ ਪੂਰਾ ਕਰਦਾ ਤਾਂ ਬਹਿਰ ਨਹੀਂ ਬਣਦੀ, ਜੇ ਮੈਂ ਬਹਿਰ ਨਿਭਾਉਣਾ ਤਾਂ ਖਿਆਲ ਨਿਕਲ ਜਾਂਦਾ, ਤੇ ਬੜਾ ਔਖਾ ਹੋਇਆ। ਮੈਂ ਕਿਤੇ ਪੰਗਾ ਲੈ ਲਿਆ ਮੈਂ। ਤੇ ਉਹਨਾਂ ਦਿਨਾਂ 'ਚ ਗੁਰਦਿਆਲ ਦਲਾਲ ਜੀ ਜਿਹੜੇ ਅੱਜ ਕਹਾਣੀਕਾਰ ਨੇ, ਨਾਵਲਿਸਟ ਨੇ, ਤੇ ਉਹ ਵੀ ਮੇਰੇ ਨਾਲ ਸੀਗੇ। ਉਹ ਕਵਿਤਾ ਲਿਖਦੇ ਸੀਗੇ, ਮੈਂ ਕਹਾਣੀ ਲਿਖਦਾ ਸੀ। ਤੇ ਅਸੀਂ ਕਿਹਾ ਵੀ ਚੱਲ ਕੋਸ਼ਿਸ਼ ਕਰਦੇ ਹਾਂ। ਮੈਂ ਫਿਰ ਜ਼ੋਰ ਲਾ ਕੇ ਹੌਲੀ ਲਿਖਣ ਲੱਗ ਗਿਆ, ਮੈਂ ਖਹਿੜਾ ਨਹੀਂ ਛੱਡਿਆ। ਉਹ 2 ਮਹੀਨੇ 4 ਮਹੀਨੇ 6 ਮਹੀਨੇ ਉਹ ਮੇਰੇ ਮਾਨਸਿਕਤਾ ਬਣ ਗਈ ਉਹੋ ਜਿਹੀ। ਪਹਿਲਾਂ ਤਾਂ ਲੱਭ ਕੇ ਸ਼ਬਦ ਜੋੜੇ ਬੰਦੇ ਸੀ, ਉਹ ਫਿਰ ਅਭਿਆਸ ਦੇ ਨਾਲ ਆਪਣੇ ਆਪ ਸ਼ਬਦ ਜਿਹੜੇ ਹੈਗੇ ਨੇ ਉਹ ਆਉਣ ਲੱਗ ਗਏ। ਮੈਂ ਤਾਂ ਗਜ਼ਲ ਵੱਲ ਪੈ ਗਿਆ। ਗੁਰਦਿਆਲ ਦਲਾਲ ਜਿਹੜੇ ਸੀਗੇ ਉਹ ਕਹਿੰਦੇ ਮੈਥੋਂ ਨਹੀਂ ਇਹ ਕੰਮ ਹੁੰਦਾ, ਉਹ ਛੱਡ ਕੇ ਵਿਅੰਗ ਲਿਖਣ ਲੱਗ ਗਏ, ਕਹਾਣੀ ਲਿਖਣ ਲੱਗ ਗਏ। ਇਹ ਮੈਂ ਇੱਧਰ ਲੱਗਿਆ ਰਿਹਾ। ਸੋ ਇਸ ਤਰ੍ਹਾਂ ਹੌਲੀ ਜਿਹੜਾ ਹੈਗਾ ਟਾਈਮ ਨੇ ਉਹ ਮੈਂ ਗਜ਼ਲ ਵੱਲ ਆ ਗਿਆ। ਕੋਈ ਸਮਾਂ ਸੀ ਉਰਦੂ ਦੇ ਸ਼ਾਇਰ ਇਹ ਕਹਿੰਦੇ ਹੁੰਦੇ ਸੀ ਕਿ ਪੰਜਾਬੀ 'ਚ ਗਜ਼ਲ ਨਹੀਂ ਲਿਖੀ ਜਾ ਸਕਦੀ, ਪਰੰਤੂ ਸਾਡੇ ਸ਼ਾਇਰਾਂ ਨੇ
ਜਿਨ੍ਹਾਂ 'ਚ ਕ੍ਰਿਸ਼ਨ ਘਨੌਟ ਜੀ ਦਾ ਨਾਮ ਵੀ ਸ਼ੁਮਾਰ ਹੁੰਦਾ। ਇਹਨਾਂ ਨੇ ਇੰਨੀ ਸਿਦਕ ਦਿਲੀ ਨਾਲ ਗਜ਼ਲ 'ਤੇ ਕੰਮ ਕੀਤਾ ਕਿ ਹੁਣ ਪੰਜਾਬੀ ਗਜ਼ਲ ਆਪਣੀ ਵਿਸ਼ੇਸ਼ ਥਾਂ 'ਤੇ ਪਹਿਚਾਣ ਬਣਾ ਚੁੱਕੀ ਹੈ। ਬਹੁਤ ਸਾਰੀ ਕਵਿਤਾ ਗਜ਼ਲ ਵਜੋਂ ਲਿਖੀ ਜਾ ਰਹੀ ਆ। ਇਹਨਾਂ ਨੇ ਸਿਰਫ ਗਜ਼ਲ ਹੀ ਨਹੀਂ ਲਿਖੀ, ਇਹਨਾਂ ਨੇ ਇੱਕ ਅਰੂਜੀ ਗ੍ਰੰਥ ਵੀ ਲਿਖਿਆ ਜਿਹਦੇ ਤੋਂ ਜਿਹੜੇ ਨਵ ਸਿੱਖੀਏ ਆ ਉਹਨਾਂ ਨੂੰ ਸੇਧ ਮਿਲਦੀ ਆ। ਕ੍ਰਿਸ਼ਨ ਘਨੌਟ ਜੀ ਦੀਪਕ ਸਕੂਲ ਦੇ ਵਿਦਿਆਰਥੀ ਰਹੇ ਆ ਤੇ ਦੀਪਕ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਗਜ਼ਲ ਦੀ ਬਿਹਤਰੀ ਵਾਸਤੇ ਲਾ ਦਿੱਤੀ। ਮੇਰੀ ਖੁਸ਼ੀ ਆ ਕਿ ਮੈਂ ਵੀ ਉਸ ਸਕੂਲ ਦਾ ਵਿਦਿਆਰਥੀ ਰਿਹਾ। ਮੈਂ ਇਹ ਮਹਿਸੂਸ ਕਰਦਾ ਕਿ ਸਾਡੇ ਇੱਥੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਬਹੁਤ ਸਾਰੇ ਉਸਤਾਦ, ਸ਼ਾਇਰ ਨਵੇਂ ਸਿਖਾਂਦਰੂਆਂ ਨੂੰ ਸਿਖਾ ਰਹੇ ਆ, ਪਰੰਤੂ ਕ੍ਰਿਸ਼ਨ ਜੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਇੱਕ ਉਸਤਾਦ ਸ਼ਾਇਰ ਵਜੋਂ ਜਿੱਥੇ ਆਪ ਗਜ਼ਲ ਕਹਿੰਦੇ ਆ, ਉੱਥੇ ਨਵੇਂ ਜਿਹੜੇ ਲੇਖਕ ਹੈਗੇ ਆ, ਨਵੇਂ ਗਜ਼ਲ ਗੋ ਆ, ਉਹਨਾਂ ਵਾਸਤੇ ਵੀ ਚਾਨਣ ਮੁਨਾਰੇ ਦਾ ਕੰਮ ਕਰਦੇ ਆ। ਇਹਨਾਂ ਦੀ ਜਿਹੜੀ ਮਿਹਨਤ ਹੈ ਗਜ਼ਲ ਦੇ ਪ੍ਰਤੀ, ਮੈਂ ਉਹਨੂੰ ਸਲਾਮ ਕਰਦਾ। ਜੇ ਇਸ ਤਰ੍ਹਾਂ ਦੇ ਗਜ਼ਲ ਦੇ ਅਧਿਆਪਕ ਮੈਂ ਕਹਾਂਗਾ ਇਹਨਾਂ ਨੂੰ ਹੋਣ, ਤਾਂ ਜਿਹੜੀ ਸਾਡੀ ਕਵਿਤਾ ਹੈਗੀ ਆ, ਜਿਹੜੀ ਕਿ ਮੈਂ ਆਮ ਤੌਰ 'ਤੇ ਕਹਿੰਦਾ ਕਵਿਤਾ ਕੁਰਾਹੇ ਪਈ ਹੋਈ ਆ, ਖੁੱਲ੍ਹੀ ਕਵਿਤਾ ਲਿਖੀ ਜਾ ਰਹੀ ਆ, ਜਿਹਨੂੰ ਕਿ ਕਵਿਤਾ ਕਹਿਣਾ ਵੀ ਮੁਨਾਸਿਬ ਨਹੀਂ ਹੈਗਾ। ਜੇ ਉਹਦੇ 'ਤੇ ਚੰਗੀ ਤਰ੍ਹਾਂ ਉਸਤਾਦ ਲੋਕ ਕੰਮ ਕਰਨ, ਨਵ ਸਿੱਖੀਆਂ ਨੂੰ, ਸਿਖਾਂਦਰੂਆਂ ਨੂੰ ਇਸ ਪਾਸੇ ਵੱਲ ਤੋਰਨ, ਤਾਂ ਜਿਹੜੀ ਸਾਡੀ ਕਵਿਤਾ ਹੈ ਉਹਦਾ ਮੁਹਾਂਦਰਾ ਬਦਲ ਸਕਦਾ ਤੇ ਬੜੀ ਪੁਖਤਾ ਕਵਿਤਾ ਸਾਡੇ ਸਾਹਮਣੇ ਆ ਸਕਦੀ ਆ। ਮੈਂ ਕ੍ਰਿਸ਼ਨ ਜੀ ਤੋਂ ਕਾਫੀ ਮੁਤਾਸਰ ਹਾਂ, ਇਹਨਾਂ ਦੀ ਰਚਨਾ ਪੜ੍ਹਦਾ। ਮੈਂ ਜਿਹੜੀ ਵਿਸ਼ੇਸ਼ ਗੱਲ ਇਹਨਾਂ ਨੇ ਜਿਹੜੀ ਅਰੂਜ ਦੇ ਉੱਤੇ ਕਿਤਾਬ ਲਿਖੀ ਆ ਉਹ ਵੇਖੀ ਆ ਕਿ ਉਹਨੂੰ ਇੰਨੇ ਵਧੀਆ ਸੌਖੇ ਤਰੀਕੇ ਨਾਲ ਸਮਝਾਇਆ ਗਿਆ। ਉਹਦੇ 'ਚ ਰੰਗਤ ਇਸ ਤਰ੍ਹਾਂ ਦੀ ਭਰੀ ਆ ਕਿ ਆਪਣੀ ਗੱਲ ਸਮਝਾਉਣ ਵਾਸਤੇ ਦੋਹੇ ਦੇ ਵਿੱਚ ਗੱਲ ਕੀਤੀ ਆ। ਦੋਹਾ ਇੱਕ ਇਸ ਤਰ੍ਹਾਂ ਦਾ ਕਾਵਿ ਰੂਪ ਆ ਜਿਹੜੇ ਸਾਡੇ ਮੂੰਹ ਤੇ ਚੜਿਆ ਹੋਇਆ, ਤਾਂ ਉਹਦੇ 'ਚ ਸਾਨੂੰ ਸਮਝ ਵੀ ਬੜੀ ਛੇਤੀ ਆਉਂਦੀ ਆ। ਥੋੜ੍ਹੇ ਲਫ਼ਜ਼ਾਂ ਦੇ ਵਿੱਚ ਵੱਡੀ ਗੱਲ ਕਹੀ ਜਾਣ ਦੀ ਸਮਰੱਥਾ। ਤਾਂ ਮੈਂ ਮਹਿਸੂਸ ਕਰਦਾ ਕਿ ਸ਼ਾਇਰ ਹੋਣ ਦੇ ਨਾਲ ਨਾਲ ਬਹੁਤ ਵਧੀਆ ਗਜ਼ਲ ਉਸਤਾਦ ਵਜੋਂ ਕੰਮ ਕਰ ਰਹੇ ਆ। ਇਹਨਾਂ ਦੀ ਜਿਹੜੀ ਘਾਲਣਾ ਹੈ, ਇਹਨਾਂ ਦੀ ਮਿਹਨਤ ਆ, ਉਹਨੂੰ ਮੈਂ ਸਲਾਮ ਕਰਦਾ ਹਾਂ। ਪਿੰਗਲ ਤੇ ਅਮਲੇ ਅਰੂਜ ਦਾ ਗਿਆਨ ਉਸਨੇ ਪੂਰੇ ਹੱਠ ਤੇ ਸਿਰੜ ਨਾਲ ਪ੍ਰਾਪਤ ਕੀਤਾ ਹੈ। ਤਕਰੀਬਨ ਹਰ ਬਹਿਰ ਤੇ ਉਸਨੇ ਆਪਣੀ ਕਲਮ ਅਜ਼ਮਾਈ ਹੈ। ਨਿਰੰਤਰ ਅਭਿਆਸ ਨਾਲ ਉਸ ਨੂੰ ਨਿਪੁੰਨਤਾ ਪ੍ਰਾਪਤ ਹੋਈ ਹੈ। ਸ਼ੇਅਰ ਗੋਈ ਲਈ ਉਹ ਕਿਸੇ ਤਰੱਦਦ ਦਾ ਮੁਹਤਾਜ ਨਹੀਂ। ਉਸਦੇ ਸ਼ੇਅਰ ਆਵਰਤ ਦੇ ਨਹੀਂ, ਸਗੋਂ ਆਮਦ ਦੇ ਤਹਿਤ ਵਜੂਦ ਵਿੱਚ ਆਉਂਦੇ ਹਨ। ਘਨੌਟ ਸਾਹਿਬ, ਮੈਨੂੰ ਲੱਗਦਾ ਵੀ ਜਿਸ ਦੌਰ 'ਚ ਤੁਸੀਂ ਲਿਖਣਾ ਸ਼ੁਰੂ ਕੀਤਾ, ਗਜ਼ਲ ਜਿਹੜੀ ਸਿਨਫ ਦੇ ਵਿੱਚ ਤਾਂ ਇੱਕ ਗੁਰੂ ਤੇ ਸ਼ਿਸ਼ ਵਾਲੀ ਪਰੰਪਰਾ ਚੱਲਦੀ ਸੀ, ਪੱਗਾਂ ਦੇ ਕੇ ਗੁਰੂ ਬਣਾਇਆ ਜਾਂਦਾ ਸੀ। ਤੁਸੀਂ ਇਸ ਦੇ ਪਿੱਛੇ ਇਸ ਗਜ਼ਲ ਨੂੰ ਇੱਥੋਂ ਤੱਕ ਲੈ ਆਏ ਹੋ। ਤੁਸੀਂ ਕਿਸ ਨੂੰ ਆਪਣਾ ਗੁਰੂ ਮੰਨਦੇ ਹੋ? ਗੋਲੇ ਸਾਹਿਬ, ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮਹਿੰਦਰ ਰਾਮਪੁਰੀ ਸਾਹਿਬ ਨੇ ਮੈਨੂੰ 4 ਰੁਕਨ ਦਿੱਤੇ ਸੀ। ਹਾਲਾਂਕਿ ਉਹ ਗਜ਼ਲ ਦੇ ਸ਼ਾਇਰ ਨਹੀਂ ਸੀ, ਉਹਨਾਂ ਦੀ ਇੱਕੋ ਕਿਤਾਬ ਛਪੀ ਆ। ਉਹਦੇ ਵਿੱਚ ਗੀਤ ਵੀ ਸੀਗੇ, ਕੁਛ ਦੋਹੇ ਸੀ, ਕੁਛ ਨਜ਼ਮਾਂ ਸੀ ਤੇ 5-7 ਗਜ਼ਲਾਂ ਸੀ। ਤੇ ਉਹ ਗਜ਼ਲ ਉਹਦੇ ਤੌਰ 'ਤੇ ਸਾਹਮਣੇ ਨਹੀਂ ਹੈ, ਪਰ ਮੈਂ ਉਹਨਾਂ ਨੂੰ ਹੀ ਆਪਣਾ ਗੁਰੂ ਮੰਨਦਾ। ਮੈਂ ਜਿਹੜੀ ਕਿਤਾਬ ਲਿਖੀ ਹੈ ਤੇ ਉਹਨਾਂ 'ਚ ਵੀ ਮੈਂ ਕਿਹਾ ਮੇਰੇ ਉਹੀ ਗੁਰੂ ਨੇ, ਤੇ ਬਾਕੀ ਡਿਵੈਲਪਮੈਂਟ ਆਪਣੀ ਹੈ ਮੇਰੀ। ਦੇਖੋ, ਮੈਂ ਇੱਕ ਕਹਿਣਾ, ਇੱਕ ਪ੍ਰਾਇਮਰੀ ਟੀਚਰ ਆ ਜਿਹੜਾ, ਉਹਦੇ ਪੜ੍ਹਾਏ ਉਹ ਊੜੇ ਵਾੜੇ ਆੜੇ ਦੀ ਉਹਨੂੰ ਜਿਹੜਾ ਹੈਗਾ ਉਹ ਦੱਸਦਾ, ਸਿਖਾਉਂਦਾ ਬੋਲ ਨੇ।
ਤੇ ਉਹੀ ਬੱਚਾ ਜਾ ਕੇ ਜਿਹੜਾ ਹੈਗਾ ਗ੍ਰੈਜੂਏਟ ਬਣਦਾ, MA ਬਣਦਾ, PhD ਕਰਦਾ। ਜਿਹੜਾ ਉਹਦਾ ਮੁੱਢਲਾ ਗੁਰੂ ਹੁੰਦਾ ਉਹ ਪੂਰਨੇ ਜਿਹੜੇ ਉਹਦੇ ਪ੍ਰਾਇਮਰੀ ਟੀਚਰ ਨੇ ਪਾਏ ਹੁੰਦੇ ਨੇ, ਉਹਨਾਂ ਪੂਰਨਿਆਂ ਨੂੰ ਹੀ ਅੱਗੇ ਬੋਲਦਾ। ਇਸ ਕਰਕੇ ਮੈਂ ਜਿਹਨੇ ਮੈਨੂੰ ਪਹਿਲਾ ਅੱਖਰ ਦੱਸਿਆ ਉਹ ਮੇਰਾ ਗੁਰੂ ਨੂੰ ਮੈਂ ਅੱਜ ਵੀ ਮੰਨਦਾ ਤੇ ਕਹਿਣਾ ਵੀ ਆ। ਜੇ ਮੈਨੂੰ ਨਾ ਦੱਸਦਾ ਤਾਂ ਸ਼ਾਇਦ ਮੈਂ ਗਜ਼ਲ ਵਾਲੇ ਨਾ ਆਉਂਦਾ। ਤੇ ਫਿਰ 4 ਰੁਕਨ ਆਉਂਦੇ ਸੀਗੇ ਤੇ ਫਿਰ ਇੱਕ ਬਜ਼ੁਰਗ ਸ਼ਾਇਰ ਸਾਡੇ ਆਉਂਦੇ ਸੀਗੇ, ਰਾਮਨਾਥ ਸਾਗਰ ਸਾਹਿਬ। ਤੇ ਉਹਨਾਂ ਨੂੰ ਮੈਂ ਪੁੱਛਿਆ ਕਿ ਮੇਰੀ ਜਾਣਕਾਰੀ ਤਾਂ ਨਾਂ ਦੇ ਬਰਾਬਰ ਸੀ। ਤੇ ਮੈਂ ਕਿਹਾ ਵੀ ਮੇਰੇ ਕੋਲ 4 ਰੁਕਨ ਨੇ, ਵੀ ਹੋਰ ਰੁਕਨ ਵੀ ਹੁੰਦੇ ਨੇ ਗਜ਼ਲ ਦੇ? ਉਹ ਕਹਿੰਦੇ ਰੁਕਨ ਤਾਂ ਹੁੰਦੇ ਨੇ 8, ਪਰ ਪੰਜਾਬੀ 'ਚ 5 ਚੱਲਦੇ ਨੇ। ਤੇ ਇੱਕ ਰੁਕਨ ਮੈਨੂੰ ਉਹਨੇ ਹੋਰ ਦੱਸਤਾ, ਮੁਸਤਫਾ ਅਲੀ ਨੂੰ ਕਹਿੰਦਾ ਤੂੰ ਆਹ ਰੁਕਨ ਵੀ ਵਰਤ ਲਿਆ ਕਰ। ਤੇ ਮੈਂ ਉਹਨਾਂ ਨੂੰ ਵੀ ਆਪਣਾ ਗੁਰੂ ਮੰਨਦਾ ਸੀ ਜਿਨ੍ਹਾਂ ਨੇ ਮੈਨੂੰ ਇੱਕ ਰੁਕਨ ਦੱਸਿਆ। ਤੇ ਇਹਦੇ ਦੌਰਾਨ ਮੈਂ ਆਪ ਵੀ ਗਜ਼ਲਾਂ ਲਿਖਣ ਲੱਗ ਗਿਆ, ਕਿਉਂ ਮੈਨੂੰ ਜਿੰਨੀ ਮਾੜੀ ਜਾਣਕਾਰੀ ਸੀਗੀ, ਜਿਹੜੇ ਮੇਰੇ ਵਰਗੇ ਹੋਰ ਵੀ ਜਿਹਨਾਂ ਨੂੰ ਦੱਸਣ ਵਾਲਾ ਨਹੀਂ ਸੀ, ਉਹ ਵਿਚਾਰੇ ਤੁਕਬੰਦੀ ਮੇਰੇ ਵਾਂਗ ਕਰਦੇ ਸੀ, ਮੈਂ ਉਹਨਾਂ ਨੂੰ ਵੀ ਸਮਝਾਉਣ ਲੱਗ ਗਿਆ ਵੀ ਇਹ ਯਾਰ ਆਪਾਂ ਉਵੇਂ ਲਿਖੀ ਜਾਂਦੇ ਹਾਂ, ਅਸਲ ਤਾਂ ਗਜ਼ਲ ਇੱਦਾਂ ਲਿਖੀ ਜਾਂਦੀ ਆ। ਉਹ ਜਦੋਂ ਮੇਰੇ ਸਿੱਖਣ ਸਿਖਾਉਣ ਦੇ ਨਾਲ ਹੀ ਮੇਰਾ ਉਸਤਾਦੀ ਸ਼ਾਗਿਰਦੀ ਦਾ ਜਿਹੜਾ ਹੈਗਾ ਉਹ ਸਿਲਸਿਲਾ ਸ਼ੁਰੂ ਹੋਇਆ, ਜਿਹੜਾ ਅੱਜ ਤੱਕ ਵੀ ਹੈਗਾ। ਤੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਸਾਰਿਆਂ ਨੂੰ ਸਿਖਾਉਣਾ, ਇਹ ਇੱਕ ਦੂਜੇ ਨੂੰ ਸਿੱਖੇ ਸਿਖਾਏ ਤੇ ਇਹੀ ਇਹ ਪ੍ਰੋਸੈਸਿੰਗ ਜਿਹੜੀ ਹੈਗੀ ਆ ਚੱਲਦੀ ਆ। ਤੇ ਹੁਣ ਵੀ ਮੈਂ ਬਹੁਤ ਕੁਛ ਜਿਹੜਾ ਮੇਰੇ ਅਜੀਜ਼ਾਂ ਨੇ ਸਿਖਾਇਆ ਉਹ ਇਸ ਤਰ੍ਹਾਂ ਹੈਗਾ ਵੀ ਉਹਨਾਂ ਨੂੰ ਇਹ ਭੁਲੇਖਾ ਹੋ ਗਿਆ ਵੀ ਮੈਂ ਸਭ ਕੁਝ ਜਾਣਦਾ, ਵੀ ਮੈਨੂੰ ਪਤਾ। ਉਹ ਕੋਈ ਉਰਦੂ ਦੀ ਗਜ਼ਲ, ਕੋਈ ਹੋਰ ਉਸਤਾਦਾਂ ਦੀ ਗਜ਼ਲ ਲਿਖ ਕੇ ਪਾ ਦਿੰਦੇ ਸੀ, ਮੈਨੂੰ ਪੁੱਛਦੇ ਸੀ ਵੀ ਆਹ ਕਿਹੜੀ ਬਹਿਰ ਆ ਤੇ ਸਾਨੂੰ ਦੱਸੋ, ਸਮਝਾਓ। ਉਹ ਮੇਰੇ ਲਈ ਨਵੀਂ ਹੁੰਦੀ ਸੀ, ਕਿਉਂ ਬਹਿਰਾਂ ਇੰਨੀਆਂ ਜ਼ਿਆਦਾ ਹੈਗੀਆਂ ਨੇ ਵੀ ਤੂੰ ਇਹਨਾਂ ਦੀ ਕੋਈ ਥਾਂ ਨਹੀਂ ਹੈਗੀ। ਉਹ ਪਹਿਲਾਂ ਤਾਂ ਮੈਂ ਬਹਿਰ ਕੱਢਣੀ ਆਪ, ਰੋਕਣ ਕੱਢਣੇ ਉਹਦੇ ਵੀ ਇਹ ਕਿਹੜੀ ਬਹਿਰ ਹੋਊਗੀ। ਤੇ ਫਿਰ ਉਹ ਰੋਕਣ ਕੱਢ ਕੇ ਜਦ ਮੈਨੂੰ ਬਹਿਰ ਮੈਂ ਕੱਢ ਲੈਣੀ ਤੇ ਫਿਰ ਉਸ ਬਹਿਰ 'ਚ ਲਿਖਣਾ ਆਪ, ਤੇ ਫਿਰ ਉਹ ਬਹਿਰ 'ਚ ਲਿਖ ਕੇ ਅਗਲੇ ਨੂੰ ਦੱਸਣਾ ਵੀ ਉਹ ਆਹ ਬਹਿਰ ਆ ਤੇ ਤੂੰ ਇੱਦਾਂ ਲਿਖ। ਉਹ ਇਸ ਕਰਕੇ ਮੈਨੂੰ ਦੱਸਦਾ ਵੀ ਤੁਹਾਨੂੰ ਜਿਹੜੇ ਵਿਦਿਆਰਥੀ ਹੁੰਦੇ ਨੇ ਉਹ ਤੁਹਾਨੂੰ ਸਿਖਾਉਂਦੇ ਵੀ ਨੇ। ਮੇਰੇ ਮੱਥੇ ਖੁਦ ਚਿੰਤਨ ਦਾ ਦੀਵਾ ਬਾਲਦੇ ਨੇ, ਮੇਰੇ ਮੱਥੇ ਖੁਦ ਚਿੰਤਨ ਦਾ ਦੀਵਾ ਬਾਲਦੇ ਨੇ। ਮੈਂ ਸ਼ਬਦਾਂ ਨੂੰ ਨਾ ਭਾਲਾਂ, ਸ਼ਬਦ ਮੈਨੂੰ ਭਾਲਦੇ ਨੇ। ਸਦਾ ਇਤਿਹਾਸ ਤੇ ਉਹ ਲੋਕ ਆਪਣੀ ਪੈੜ ਛੱਡਦੇ ਨੇ, ਸਦਾ ਇਤਿਹਾਸ ਤੇ ਉਹ ਲੋਕ ਆਪਣੀ ਪੈੜ ਛੱਡਦੇ ਨੇ। ਸਦਾ ਹਾਲਾਤ ਜੋ ਆਪਣੇ ਮੁਤਾਬਕ ਢਾਲਦੇ ਨੇ। ਇਹ ਮੇਰਾ ਵਾਅਦਾ ਰਿਹਾ ਕੁਝ ਹੋਰ ਕਾਬਲ ਹੋਣ ਦਾ, ਇਹ ਮੇਰਾ ਵਾਅਦਾ ਰਿਹਾ ਕੁਝ ਹੋਰ ਕਾਬਲ ਹੋਣ ਦਾ। ਮੈਂ ਕਦੇ ਦਾਅਵਾ ਨਹੀਂ ਕਰਦਾ ਮੁਕੰਮਲ ਹੋਣ ਦਾ। ਤੂੰ ਕਦੇ ਸੁਣਿਆ ਕਿ ਹੁੰਦੀ ਗਿਆਨ ਦੀ ਸੀਮਾ ਕਿਤੇ? ਤੂੰ ਕਦੇ ਸੁਣਿਆ ਕਿ ਹੁੰਦੀ ਗਿਆਨ ਦੀ ਸੀਮਾ ਕਿਤੇ? ਪੈ ਗਿਆ ਤੈਨੂੰ ਭਰਮ ਕੀਕਣ ਹੈ ਮੁਕੰਮਲ ਹੋਣ ਦਾ। ਸਾਂਭ ਲੈ ਆਕਾਸ਼ ਮੈਨੂੰ ਧਰਤ ਉੱਤੇ ਰਹਿਣ ਦੇ, ਸਾਂਭ ਲੈ ਆਕਾਸ਼ ਮੈਨੂੰ ਧਰਤ ਉੱਤੇ ਰਹਿਣ ਦੇ। ਮਾਣ ਹੈ ਮੈਨੂੰ ਮੇਰੇ ਪੈਰੀਂ ਧਰਾਤਲ ਹੋਣ ਦਾ। ਅਸਲ 'ਚ ਤੁਸੀਂ ਕਦੋਂ ਲਿਖਦੇ ਹੋ? ਇਹਦੇ ਮੈਂ ਤੁਹਾਨੂੰ ਇਹ ਗਜ਼ਲਾਂ ਮੈਂ ਨਹੀਂ ਲਿਖਦਾ, ਲਿਖਾਉਂਦਾ ਕੌਣ ਕੀ ਜਾਣਾ। ਮੇਰੇ ਸ਼ਬਦਾਂ ਦੀਆਂ ਅਣਗਿਣਤ ਡਾਰਾਂ ਦਿਲ 'ਚ ਹੁੰਦੀਆਂ ਨੇ। ਹਾਂ, ਕਦੇ ਜਿਹੜੀ ਕਵਿਤਾ ਹੁੰਦੀ ਆ ਨਾ, ਇਹਦਾ ਕੋਈ ਨਿਸ਼ਚਿਤ ਟਾਈਮ ਨਹੀਂ ਹੁੰਦਾ, ਤੇ ਤਾਂ ਇੱਕ ਖਿਆਲ ਹੁੰਦਾ ਜਿਹੜਾ ਪਲ ਦੀ ਪਲ ਜਿਹੜਾ ਹੈਗਾ ਉਹ ਝਲਕਾਰਾ ਦਿੰਦਾ। ਜੇ ਤਾਂ ਤੁਸੀਂ ਉਹਨੂੰ ਉਸ ਵੇਲੇ ਫੜ ਲਵੋ ਤੇ ਫਿਰ ਤਾਂ ਉਹ ਫੜਿਆ ਜਾਂਦਾ, ਜੇ ਉਹ ਨਿਕਲ ਜਾਵੇ ਤੇ ਉਹ ਮੁੜ ਕੇ ਨਹੀਂ ਆਉਂਦਾ। ਤੇ ਜੇ ਮੈਂ ਤੁਹਾਨੂੰ ਜੰਗਲੀ ਸ਼ਿਕਾਰ ਕਹਿਣਾ ਹੁੰਦਾ, ਇਹ ਤੁਹਾਨੂੰ ਹਰ ਵਕਤ ਲੇਖਕ ਨੂੰ ਉਹ ਤਿਆਰ ਰਹਿਣਾ ਪੈਂਦਾ, ਤੇ ਇਹਦਾ ਆਉਣ ਦਾ ਵੀ ਕੋਈ ਸਮਾਂ ਨਹੀਂ ਹੈਗਾ। ਜਿਵੇਂ ਕਹਿੰਦੇ ਵੀ, ਜਿਵੇਂ ਆਪਾਂ ਸੌਖੀ ਉਦਾਹਰਨ ਦੇ ਲਈਏ ਵੀ ਦੁਕਾਨ ਤੇ ਆਪਾਂ ਬੈਠੇ ਹਾਂ ਤੇ ਗਾਹਕ ਦੇ ਬੌਸ ਦਾ ਕੋਈ ਅਦਵਾਰ ਨਹੀਂ ਹੈਗਾ ਵੀ ਇਹਨੇ ਕਦੋਂ ਆ ਜਾਣਾ। ਇਸੇ ਤਰ੍ਹਾਂ ਖਿਆਲ ਦਾ ਵੀ ਪਤਾ ਨਹੀਂ ਵੀ ਇਹਨੇ ਕਦੋਂ ਤੁਹਾਡੇ ਕੋਲ ਆ ਜਾਣਾ। ਤੇ ਲਿਖਣ ਇਹ ਕਈ ਵਾਰੀ ਹੈਗਾ ਵੀ ਸਫ਼ਰ ਕਰਦੇ ਹਾਂ, ਬਹੁਤਾ ਹੁਣ ਸਾਈਕਲਿੰਗ ਕਰਦੇ ਹਾਂ ਜਾਂ ਕਿਤੇ, ਇਹ ਜਿਹੜੀ ਸਿਰਜਣ ਪ੍ਰਕਿਰਿਆ ਨਾ, ਇਹ ਸੁਚੇਤ ਪ੍ਰਕਿਰਿਆ ਨਹੀਂ ਹੈਗੀ। ਘੱਟੋ ਘੱਟ ਕਵਿਤਾ ਦੀ ਜੋ ਮੈਂ ਮਹਿਸੂਸ ਕਰਦਾ। ਬਾਕੀ ਕਹਾਣੀ ਵਾਲੇ ਤਾਂ
ਤੁਹਾਨੂੰ ਬੈਠਣਾ ਪੈਂਦਾ, ਪਹਿਲਾਂ 6 ਮਹੀਨੇ ਸੋਚਣਾ ਪੈਂਦਾ ਪਲਾਟ ਬਣਦਾ। ਜਿਹੜੀ ਕਵਿਤਾ ਹੈਗੀ ਆ ਅਚਾਨਕ ਆਉਂਦੀ ਹੈ, ਜਿਵੇਂ ਬਿਜਲੀ ਲਿਸ਼ਕਦੀ ਹੈਗੀ ਆ। ਤੇ ਸਾਈਕਲਿੰਗ ਕਰਦੇ ਆ ਜਾਂ ਖੇਤਾਂ 'ਚ ਕੰਮ ਕਰਦੇ ਆ, ਤੇ ਉੱਥੇ ਵੀ ਹੁਣ ਜਦੋਂ ਅਸੀਂ ਫੈਕਟਰੀਆਂ 'ਚ ਜਾਂਦੇ ਆ, ਉੱਥੇ ਵੀ ਪਤਾ ਨਹੀਂ ਤੁਹਾਨੂੰ ਕਿਹੜੇ ਵੇਲੇ ਖਿਆਲ ਜਿਹੜਾ ਹੈਗਾ ਸੁੱਝ ਜਾਵੇ। ਉਹ ਹਮੇਸ਼ਾ ਜੇਬ ਦੇ ਵਿੱਚ ਕੋਸ਼ਿਸ਼ ਕਰੀਦੀ ਆ ਵੀ ਪੈਨ ਤੇ ਕੋਈ ਕਾਗਜ਼ ਦਾ ਟੁਕੜਾ, ਕਾਪੀ ਦਾ ਨਹੀਂ ਚੱਕੀ ਜਾਂਦੀ, ਕਾਗਜ਼ ਦਾ ਟੁਕੜਾ ਜਿਹੜਾ ਹੈਗਾ ਰੱਖਣਾ ਪੈਂਦਾ। ਕਈ ਵਾਰੀ ਬੱਸ ਸਫ਼ਰ ਕਰਦੇ ਆ, ਕੁਛ ਨਹੀਂ ਮਿਲਦਾ ਸੀਗਾ, ਪੈਨ ਵੀ ਕਿਸੇ ਤੋਂ ਲੈ ਲਈਦਾ। ਤੇ ਟਿਕਟ ਜਿਹੜਾ ਸੀਗਾ, ਟਿਕਟ 'ਤੇ ਵੀ ਬਹੁਤ ਵਾਰੀ ਸ਼ੇਰ ਜਿਹੜੇ ਲਿਖੇ ਨੇ। ਕਿਉਂ ਕਦੇ ਰਾਤ ਬਰਾਤੇ, ਕਦੇ ਅਚੇਤ ਤੌਰ 'ਤੇ ਜਿਹੜਾ ਹੈਗਾ ਉਹ ਖਿਆਲ ਆਉਂਦਾ, ਤੇ ਉੱਠ ਕੇ ਘਰਦਿਆਂ ਤੋਂ ਚੋਰੀ ਵੀ ਕਿਤੇ ਵੀ ਜਾਗ ਨਾ ਪੈਣ ਤੇ ਜਾ ਡਿਸਟਰਬ ਨਾ ਹੋਣ, ਤੇ ਭੱਜ ਕੇ ਜਾ ਕੇ ਆਪਣੇ ਜਿਹੜਾ ਹੈਗਾ ਪੜ੍ਹਨ ਵਾਲੇ ਕਮਰੇ 'ਚ ਜਾਈਦਾ, ਤੇ ਫਿਰ ਜਾ ਕੇ ਨੋਟ ਕਰ ਲਈਦਾ ਜੇ ਨਿਕਲ ਗਿਆ ਤੇ ਨਿਕਲ ਗਿਆ। ਤੇ ਇਹਦਾ ਤਾਂ ਭੱਜ ਦੌੜ ਸਾਨੂੰ ਲੱਗੀ ਰਹਿੰਦੀ ਹੈਗੀ ਆ। ਤੇ ਭਾਵੇਂ ਬੰਦਾ ਹਰ ਵੇਲੇ ਤਾਂ ਨਹੀਂ ਸ਼ਾਇਰ ਹੁੰਦਾ, ਪਰ ਜਿਹੜੀ ਥੋੜੀ ਸਿਰਜਣ ਪ੍ਰਕਿਰਿਆ ਹੈਗੀ ਆ, ਇਹ ਅਚੇਤ ਤੌਰ 'ਤੇ ਚੱਲਦੀ ਰਹਿੰਦੀ ਆ। ਸਿਰਜਣਾ ਜਿਹੜੀ ਆ ਅਚੇਤ ਤੇ ਸੁਚੇਤ ਦੋਵਾਂ ਢੰਗਾਂ ਨਾਲ ਹੁੰਦੀ ਹੈ, ਘੱਟੋ ਘੱਟ ਕਵਿਤਾ ਦੀ। ਇਹ ਮੇਰਾ ਆਪਣਾ ਇੰਨਾ ਅਨੁਭਵ ਹੈਗਾ। ਕ੍ਰਿਸ਼ਨ ਭਨੋਟ ਦੀ ਗਜ਼ਲ ਪੜ੍ਹਨ ਪਿੱਛੋਂ ਇਹ ਨਤੀਜਾ ਸਹਿਜੇ ਹੀ ਕੱਢਿਆ ਜਾ ਸਕਦਾ ਹੈ ਕਿ ਇਸ ਲੇਖਕ ਪਾਸ ਮਿਹਨਤ ਅਤੇ ਲਗਨ ਦੋਵੇਂ ਹੀ ਮੌਜੂਦ ਹਨ, ਅਤੇ ਉਹ ਗੰਭੀਰਤਾ ਨਾਲ ਆਪਣੇ ਰਾਹ ਤੇ ਤੁਰਿਆ ਜਾ ਰਿਹਾ ਹੈ। ਰੂਪ ਦੇ ਰੰਗ ਤੇ ਵਿਸ਼ਯਕ ਸੁਗੰਧੀ ਖਿਲਾਰਦਾ ਇੱਕ ਸਮਰੱਥ ਕਵੀ ਵਾਂਗ ਉਹ ਤਜਰਬੇ ਕਰਨਾ ਵੀ ਲੋਚਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਉਸਤਾਦ ਦੀ ਇੱਜ਼ਤ ਨਹੀਂ ਕਰਦਾ। ਜੇ ਕੋਈ ਉਸਤਾਦ ਹੈ ਵੀ ਤਾਂ ਉਹ ਉਨੀ ਮਿਹਨਤ ਨਹੀਂ ਕਰਦਾ। ਇੱਥੋਂ ਆ ਕੇ ਸਾਰਾ ਰਫੜ ਪੈ ਜਾਂਦਾ। ਤੇ ਹੁਣ ਜ਼ਿਆਦਾ ਜਿਹੜੇ ਲੋਕ ਨੇ ਗਜ਼ਲ ਲਿਖ ਰਹੇ ਨੇ, ਉਹ ਖੁਦ ਸਾਖਤਾ ਸ਼ਾਇਰ ਨੇ, ਖੁਦ ਸਾਖਤਾ ਮਤਲਬ ਆਪਣੇ ਆਪ ਬਣੇ ਹੋਏ। ਹਾਲਾਂਕਿ ਗਜ਼ਲ ਦਾ ਸ਼ਾਇਰੀ ਵਿੱਚ ਉਹ ਮੁਕਾਮ ਹੈ ਕਿ ਇੱਕ ਬੜਾ ਬੁਲੰਦ ਮੁਕਾਮ ਹੈ। 2 ਮਿਸਰਿਆਂ ਦੇ ਵਿੱਚ ਤੁਸੀਂ ਇੱਕ ਕਹਾਣੀ ਕਹਿਣੀ ਹੈ, 2 ਮਿਸਰਿਆਂ ਤੋਂ ਬੜਾ ਔਖਾ ਹੈ। ਤੇ ਹੋਰ ਵੀ ਇਹਦੇ ਬਹੁਤ ਰਾਜ਼ ਤੇ ਨਿਆਜ਼ ਨੇ ਜਿਹੜੇ ਸਾਰੇ ਸਿੱਖਣੇ ਪੈਂਦੇ ਹੈ। ਜਦੋਂ ਦੂਜੀ ਭਾਸ਼ਾ, ਦੂਜੀ ਤਹਿਜ਼ੀਬ ਦੇ ਵਿੱਚ ਗਜ਼ਲ ਚਲੀ ਜਾਂਦੀ ਹੈ ਤੇ ਉਹ ਕੁਝ ਤਿਆਗਦੀ ਹੈ ਤੇ ਕੁਝ ਅਪਣਾ ਲੈਂਦੀ ਹੈ। ਇਵੇਂ ਸਾਡੀ ਪੰਜਾਬੀ ਜਦੋਂ ਗਜ਼ਲ ਆਈ ਹੈ ਤੇ ਕੁਝ ਦੇਰ ਤਾਂ ਇਹ 60ਵੇਂ ਤੱਕ, 60ਵੇਂ ਕਹਿ ਲਓ, 65 ਤੱਕ ਕਹਿ ਲਓ, ਇਹ ਜਾਮ ਸਾਕੀ ਵਗੈਰਾ ਵਗੈਰਾ, ਰਿੰਦ ਮਹਿਖਾਨਾ, ਪੀਰੇ ਮੁਗਾ ਵਗੈਰਾ ਵਗੈਰਾ ਜਿਹੜੇ ਸਾਰੇ ਅਰਬੀ ਜਾਂ ਫਾਰਸੀ ਚੋਂ ਆਏ ਸੀ, ਉਹ ਸ਼ਬਦਾਵਲੀ ਵਰਤ ਰਹੇ। ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ ਉਰਦੂ ਸਮਝਦੇ ਸੀ, ਜਿਹੜੇ ਲੋਕ ਉਰਦੂ ਨੂੰ, ਉਹਨਾਂ ਨੇ ਫੈਜ਼ ਨੂੰ ਪੜ੍ਹਿਆ, ਸਾਹਿਰ ਨੂੰ, ਆਪਣਾ ਮਜ਼ਾਜ ਨੂੰ ਪੜ੍ਹਿਆ, ਹੋਰ ਵੀ ਸਰਦਾਰ ਜਾਫਰੀ ਵਗੈਰਾ ਪੜ੍ਹੇ। ਤੇ ਉੱਥੇ ਮਤਲਬ ਇਹ ਚੀਜ਼ ਵੇਖੀ ਗਈ ਕਿ ਹੁਣ ਜਿਹੜੇ ਹੈ ਗਜ਼ਲ ਨਿਜ ਤੋਂ ਪਰ ਤੱਕ ਦਾ ਸਫ਼ਰ ਕਰ ਚੁੱਕੀ ਹੈ, ਤੇ ਉਹਦੇ ਵਿੱਚ ਪਰ ਤੋਂ ਬਲਕਿ ਸੰਸਾਰ ਤੱਕ ਦਾ ਸਫ਼ਰ ਕਰ ਚੁੱਕੀ ਹੈ। ਉਹਦੇ ਵਿੱਚ ਸਾਰਾ ਕੁਝ ਹੁੰਦਾ ਹੈ। ਭਨੋਟ ਸਾਹਿਬ ਦੀ ਸ਼ਾਇਰੀ ਦੇ ਵਿੱਚ ਇਹ ਨਿਜ ਤੋਂ ਪਰ ਤੱਕ ਦਾ ਸਫ਼ਰ ਕਰਦੇ ਨੇ ਤੇ ਬਹੁਤ ਖੂਬਸੂਰਤ ਸ਼ੇਰ ਕਹਿੰਦੇ ਨੇ। ਮੈਂ ਲਿਖਦਾ ਕਿਉਂ ਨਹੀਂ ਉਹ ਅਕਸਰ ਮੈਥੋਂ ਮੰਗ ਕਰਦਾ ਹੈ। ਮੈਂ ਲਿਖਦਾ ਕਿਉਂ ਨਹੀਂ ਉਹ ਅਕਸਰ ਮੈਥੋਂ ਮੰਗ ਕਰਦਾ ਹੈ। ਪਿਆ ਜੋ ਅਣਕਿਹਾ ਹਾਲੇ ਉਹ ਮੈਨੂੰ ਤੰਗ ਕਰਦਾ ਹੈ। ਭਨੋਟ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਹਾਣੀ ਵੱਲ ਤੁਸੀਂ ਤੁਰੇ ਔਰ ਕਹਾਣੀਆਂ ਲਿਖੀਆਂ, ਪਰ ਕਹਾਣੀ ਤੋਂ ਗਜ਼ਲ ਵੱਲ ਆਉਣਾ, ਗਜ਼ਲ ਜਿਹੜੀ ਕਿ ਬਹੁਤ ਔਖੀ ਵਿਧਾ ਹੈ ਔਰ ਕੁਝ ਸਮੁੰਦਰ ਬੰਦ ਕਰਨ ਵਾਲੀ ਗੱਲ ਹੈਗੀ ਹੈ ਵੀ ਇੱਕ ਸ਼ੇਰ ਦੇ ਵਿੱਚ ਹੀ ਸਾਰੇ ਦੀ ਸਾਰੀ ਕਹਾਣੀ ਜਿਹੜੀ ਆ ਉਹ ਮਤਲਬ ਬੰਦ ਹੋ ਜਾਂਦੀ ਹੈ। ਸੋ ਇਸ ਵੱਲ ਕਿਵੇਂ ਆ ਗਏ? ਜਾਂ ਕਹਾਣੀ ਚੰਗੀ ਲੱਗਦੀ ਸੀ ਜਾਂ ਗਜ਼ਲ ਲਿਖਣੀ ਚੰਗੀ ਲੱਗਦੀ ਸੀ? ਇਹ ਜਿਹੜਾ ਕੁੱਜੇ ਦੇ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ ਨਾ, ਇਹ ਬਹੁਤ ਪੁਰਾਣੀ ਹੋ ਗਈ। ਜਿਹੜਾ ਸਾਡੀ ਟੈਕਨੋਲੋਜੀ ਆ ਜਿਵੇਂ ਤੇਜ਼ ਹੋ ਗਈ, ਸਾਡਾ ਮਨੁੱਖੀ ਦਿਮਾਗ ਵੀ ਬਹੁਤ ਤੇਜ਼ ਹੋ ਗਿਆ।
ਗਾਗਰ ਵਿੱਚ ਸਾਗਰ ਭਰੇ ਕਿਹੜਾ ਚਾੜੇ ਚੰਦ, ਗਾਗਰ ਵਿੱਚ ਸਾਗਰ ਭਰੇ ਕਿਹੜਾ ਚਾੜੇ ਚੰਦ। ਹੁਣ ਤਾਂ ਸਾਗਰ ਕਰ ਲਿਆ ਕੈਪਸੂਲ ਵਿੱਚ ਬੰਦ। ਸੋ ਦੋਸਤੋ ਹੁਣ ਉਹ ਪ੍ਰਕਿਰਿਆ ਨਹੀਂ ਹੈਗੀ, ਹੁਣ ਤਾਂ ਬਹੁਤ ਫਾਸਟ ਹੋਈ ਆ। ਹੁਣ ਤਾਂ ਗਾਗਰ ਜਿਹੜਾ ਹੈ ਗਾਗਰ 'ਚ ਭਰਨ ਦੀ ਲੋੜ ਨਹੀਂ, ਕੈਪਸੂਲ 'ਚ ਸਾਗਰ ਭਰੀ ਫਿਰਦੇ ਨੇ। ਤੇ ਅੱਜ ਦੀ ਪੀੜ੍ਹੀ ਜਿਹੜੀ ਆ ਇੰਨੀ ਐਡਵਾਂਸ ਹੋਈ ਆ। ਬਾਕੀ ਰਹੀ ਗਜ਼ਲ ਦਾ ਸਿਰਜਣ ਪ੍ਰਕਿਰਿਆ, ਇਹਦੀ ਜਿਹੜੀ ਧੁਨੀ ਹੈਗੀ ਆ, ਜਿਹੜੀ ਇਹਦੀ ਲਾਇਆਤਮਕਤਾ ਹੈਗੀ ਆ, ਜਾਂ ਇਹਦੇ ਸ਼ਬਦਾਂ ਦੀ ਬਣਤਰ ਹੈਗੀ ਆ, ਇਸ ਢੰਗ ਨਾਲ ਪੇਸ਼ ਕੀਤੀ ਜਾਂਦੀ ਆ, ਉਹ ਮਿਕਨਾਤੀਸੀ ਖਿੱਚ ਜਿਹੜੀ ਆ ਮੈਨੂੰ ਉਹ ਚੁੰਬਕ ਵਾਂਗੂ ਖਿੱਚਦੀ ਆ। ਤੇ ਮੈਂ ਕੋਸ਼ਿਸ਼ ਕਰਦਾ ਵੀ ਕੁਛ ਇਸ ਤਰ੍ਹਾਂ ਦਾ ਲਿਖਿਆ ਜਾਵੇ ਤੇ ਜਿਹੜਾ ਪੜ੍ਹਦਿਆਂ ਜਿਹੜਾ ਹੈਗਾ ਪਾਠ, ਜਿਹੜੀ ਦਿਲ 'ਚੋਂ ਗੱਲ ਨਿਕਲਦੀ ਆ ਤੇ ਉਹ ਪਾਠਕ ਦੇ ਦਿਲ 'ਤੇ ਸਿੱਧਾ ਅਸਰ ਕਰਦੀ ਹੈ। ਕਵਿਤਾ ਦਾ ਸੰਬੰਧ ਹੁੰਦਾ ਦਿਲ ਨਾਲ, ਤੇ ਜਿਹੜੀ ਗੱਲ ਦਿਲ 'ਚੋਂ ਨਿਕਲਿਆ ਉਹ ਪਾਠਕ 'ਤੇ ਅਸਰ ਕਰਦੀ ਆ ਤੇ ਉਹ ਫੌਰੀ ਜਿਹੜਾ ਹੈਗਾ ਅਸਰ। ਬਾਕੀ ਇਹ ਜਿਹੜੀ ਕਾਵਿਕ ਗੱਲ ਹੁੰਦੀ ਆ ਤੇ ਉਹ ਜ਼ਿਆਦਾ ਜਿਹੜੀ ਯਾਦ ਰਹਿ ਜਾਂਦੀ ਹੈ ਤੇ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਜਾਂਦੀ ਹੈ। ਇਸ ਕਰਕੇ ਮੈਂ ਖਿੱਚ ਕਰਕੇ ਤੁਹਾਨੂੰ ਆਇਆ। ਕਦੇ ਸਿਆਣਾ ਨਹੀਂ ਹੁੰਦਾ, ਨਵਾਂ ਕੁਝ ਸਿੱਖਣਾ ਚਾਹੀ। ਕਦੇ ਸਿਆਣਾ ਨਹੀਂ ਹੁੰਦਾ, ਨਵਾਂ ਕੁਝ ਸਿੱਖਣਾ ਚਾਹੇ। ਮੇਰੇ ਮਨ ਵਿੱਚ ਮੇਰੀ ਉਂਗਲ ਫੜੀ ਇੱਕ ਬਾਲ ਚੱਲਦਾ ਹੈ। ਦਿਸੇ ਬਾਜ਼ਾਰ ਹੀ ਪਰ ਹਰ ਕਿਸੇ ਨੂੰ ਉਹ ਨਹੀਂ ਦਿਸਦਾ। ਦਿਸੇ ਬਾਜ਼ਾਰ ਹੀ ਪਰ ਹਰ ਕਿਸੇ ਨੂੰ ਉਹ ਨਹੀਂ ਦਿਸਦਾ ਹੈ। ਨਾਲੋਂ ਨਾਲ ਇਸ ਬਾਜ਼ਾਰ ਦੇ ਇੱਕ ਜਾਲ ਚੱਲਦਾ ਹੈ। ਪਨੋਟ ਸਾਹਿਬ, ਜਿਸ ਤਰ੍ਹਾਂ ਕਿ ਗਜ਼ਲ ਜਿਹੜੀ ਹੈਗੀ ਆ ਉਰਦੂ ਫਾਰਸੀ ਚੋਂ ਸਾਡੇ ਵੱਲ ਆਈ ਹੈ, ਪੰਜਾਬੀ ਦੇ ਵਿੱਚ ਆਈ ਹੈ, ਔਰ ਜੋ ਬੇਸਿਕ ਸੀਗਾ ਗਜ਼ਲ ਦਾ ਉਰਦੂ ਵਾਲੇ ਜਾਂ ਫਾਰਸੀ ਵਾਲੇ, ਉਹ ਮਹਿਬੂਬ ਨਾਲ ਗੱਲਾਂ ਕਰਨੀਆਂ ਜਾਂ ਸੋਹਣੀ ਕੁੜੀ ਦੇ ਨਾਲ ਗੱਲਾਂ ਕਰਨੀਆਂ, ਇਸ ਤਰ੍ਹਾਂ ਦੀ ਇਸ਼ਕ ਮਜਾਜੀ ਵਾਲੀ ਜਿਹੜੀ ਹੈਗੀ ਆ ਉਹਦੀ ਟੋਨ ਹੁੰਦੀ ਸੀ। ਬਿਲਕੁਲ। ਪਰ ਤੁਹਾਡੀ ਨਜ਼ਰ ਦੇ ਵਿੱਚ ਗਜ਼ਲ ਕੀ ਹੈ, ਇਸ ਬਾਰੇ ਦੱਸੋ। ਕੁੱਲੇ ਸਾਹਿਬ, ਮੈਂ ਗਜ਼ਲ ਦੇ ਵਿੱਚ ਜਿਹੜਾ ਨਾ ਪੂਰਾ ਪ੍ਰੋਸੈਸ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਸਕਦਾ। ਇਹਦੇ ਵਿੱਚ ਗਜ਼ਲ ਬਾਰੇ ਵਿਚਾਰ ਵੀ ਆ ਜਾਣੇ ਆ ਤੇ ਹੁਣ ਆਧੁਨਿਕ ਤਾਂ ਕਿੱਥੇ ਗਜ਼ਲ ਕਿੱਥੋਂ ਪਹੁੰਚੀ ਇਹ ਵੀ ਆ ਜਾਣਾ। ਤੇ ਮੈਂ ਤੁਹਾਡੇ ਉਹ ਗਜ਼ਲ ਅਸਲ 'ਚ ਹੁੰਦੀ ਕੀ ਹੈ ਜੀ? ਬੜੀ ਕੋਮਲ, ਬੜੀ ਬਾਂਕੀ, ਲਗਰ ਵਰਗੀ ਗਜ਼ਲ। ਅੱਛਾ ਜੀ। ਬੜੀ ਕੋਮਲ, ਬੜੀ ਬਾਂਕੀ, ਲਗਰ ਵਰਗੀ ਗਜ਼ਲ, ਨਾ ਬੌਧਿਕਤਾ ਦਾ ਵਾਧੂ ਵਜ਼ਨ ਸਹਿ ਸਕਦੀ ਗਜ਼ਲ ਜੀ। ਗਜ਼ਲ ਤਾਂ ਹੁੰਦੀ ਆ ਪਰ ਇਹਦੇ 'ਚ ਬੌਧਿਕਤਾ ਹੁੰਦੀ ਆ, ਪਰ ਬੌਧਿਕਤਾ ਰਲ ਕੇ ਨਾ ਬੜੀ ਕੋਮਲ, ਬੜੀ ਬਾਂਕੀ, ਲਗਰ ਵਰਗੀ ਗਜ਼ਲ, ਨਾ ਬੌਧਿਕਤਾ ਦਾ ਵਾਧੂ ਵਜ਼ਨ ਸਹਿ ਸਕਦੀ ਗਜ਼ਲ। ਇਹ ਸੁਪਨਾ ਹੈ, ਤਸੱਵਰ ਹੈ, ਤਿਲਿਸਮ ਹੈ ਨਿਰਾ। ਇਹ ਸੁਪਨਾ ਹੈ, ਤਸੱਵਰ ਹੈ, ਤਿਲਿਸਮ ਹੈ ਨਿਰਾ, ਕਿ ਸ਼ਬਦਾਂ ਵਿੱਚ ਕਹੀ ਜਾਂਦੀ ਨਾ ਹੁੰਦੀ ਕੀ ਗਜ਼ਲ। ਇਹ ਸੁਪਨਾ ਹੈ, ਤਸੱਵਰ ਹੈ, ਤਿਲਿਸਮ ਹੈ ਨਿਰਾ, ਕਿ ਸ਼ਬਦਾਂ ਵਿੱਚ ਕਹੀ ਜਾਂਦੀ ਨਾ ਹੁੰਦੀ ਕੀ ਗਜ਼ਲ। ਇਹ ਸ਼ਾਇਰ ਦੇ ਕਲੇਜੇ ਚੋਂ ਹੈ ਉੱਠਦੀ ਹੂਕ ਵਾਂਗ। ਇਹ ਸ਼ਾਇਰ ਦੇ ਕਲੇਜੇ ਚੋਂ ਹੈ ਉੱਠਦੀ ਹੂਕ ਵਾਂਗ, ਸਰੋਤੇ ਦੇ ਕਲੇਜੇ ਵਿੱਚ ਜਾ ਲੈਂਦੀ ਗਜ਼ਲ। ਇਹ ਸ਼ਾਇਰ ਦੇ ਕਲੇਜੇ ਚੋਂ ਹੈ ਉੱਠਦੀ ਹੂਕ ਦੇ ਵਾਂਗੂ, ਸਰੋਤੇ ਦੇ ਕਲੇਜੇ ਵਿੱਚ ਜਾ ਲੈਂਦੀ ਗਜ਼ਲ। ਸੁਭਾਵਕ ਹੀ ਇਹ ਚਸ਼ਮੇ ਵਾਂਗ ਮਨ ਚੋਂ ਫੁੱਟਦੀ ਜੀ। ਜ਼ੋਰ ਲਾ ਕੇ ਨਹੀਂ ਲਿਖੀ ਜਾਂਦੀ। ਸੁਭਾਵਕ ਹੀ ਇਹ ਚਸ਼ਮੇ ਵਾਂਗ ਮਨ ਚੋਂ ਫੁੱਟਦੀ, ਕਦੇ ਵੀ ਹੋ ਨਹੀਂ ਸਕਦੀ ਹੈ ਤੁਕਬੰਦੀ ਗਜ਼ਲ ਜੀ। ਸੁਭਾਵਕ ਹੀ ਇਹ ਚਸ਼ਮੇ ਵਾਂਗ ਮਨ ਚੋਂ ਫੁੱਟਦੀ, ਕਦੇ ਵੀ ਹੋ ਨਹੀਂ ਸਕਦੀ ਹੈ ਤੁਕਬੰਦੀ ਗਜ਼ਲ। ਇਹ ਲਗ ਮਾਤਰ ਦਾ ਵਾਧਾ ਜਾਂ ਖਸਾਰਾ ਨਾ ਸਹੇ ਖਸਾਰਾ ਘਾਟਾ। ਇਹ ਲਗ ਮਾਤਰ ਦਾ ਵਾਧਾ ਜਾਂ ਖਸਾਰਾ ਨਾ ਸਹੇ, ਹਮੇਸ਼ਾ ਲੋੜਦੀ ਰਹਿੰਦੀ ਹੈ ਪਾਬੰਦੀ ਗਜ਼ਲ। ਇਹ ਸੀਮਤ ਦਾਇਰਿਆਂ ਦੇ ਵਿੱਚ ਨਾ ਸਿਮਟੀ ਕਦੇ। ਅਸੀਂ ਕਹਿੰਦੇ ਹਾਂ ਵੀ ਇਹਦਾ ਇੱਕ ਕੋਈ ਵਿਸ਼ਾ ਨਹੀਂ ਹੈਗਾ, ਜ਼ਿੰਦਗੀ ਦੇ ਸਾਰੇ ਵਿਸ਼ਿਆਂ ਨੂੰ ਅੱਜ ਦੀ ਗਜ਼ਲ ਜਿਹੜੀ ਸਮੇੜੀ ਹੈ ਸਮਰੱਥਾ। ਇਹ ਸੀਮਤ ਦਾਇਰਿਆਂ ਦੇ ਵਿੱਚ ਨਾ ਸਿਮਟੀ ਕਦੇ, ਜ਼ਮਾਨੇ ਦੇ ਹਰ ਇੱਕ ਮਸਲੇ ਨੂੰ ਹੈ ਛੋਹਦੀ ਗਜ਼ਲ। ਲਤਾਫਤ ਦੇ, ਨਜ਼ਾਕਤ ਦੇ, ਨਫਾਸਤ ਦੇ ਬਿਨਾ, ਇਹਦੇ ਗੁਣ ਨੇ ਜੀ। ਲਤਾਫਤ ਦੇ, ਨਜ਼ਾਕਤ ਦੇ, ਨਫਾਸਤ ਦੇ ਬਿਨਾ, ਸਦਾਕਤ ਤੋਂ ਕਦੇ ਹੁੰਦੀ ਨਹੀਂ ਕੋਰੀ ਗਜ਼ਲ। ਸਦਾਕਤ ਸੱਚਾਈ ਯਥਾਰਥ। ਇਹ ਸ਼ਬਦਾਂ ਦਾ ਖਿਲਾਰਾ ਤਾਂ ਕਦੇ ਪਾਉਂਦੀ ਨਹੀਂ ਜੀ। ਇਹ ਸ਼ਬਦਾਂ ਦਾ ਖਿਲਾਰਾ ਤਾਂ ਕਦੇ ਪਾਉਂਦੀ ਨਹੀਂ।
ਇਸ਼ਾਰੇ ਚਿੰਨ ਰਮਜ਼ਾਂ ਨਾਲ ਸਮਝਾਉਂਦੀ ਗਜ਼ਲ। ਬਿਲਕੁਲ ਇਹ ਸ਼ਬਦਾਂ ਦਾ ਖਲਾਰਾ ਤਾਂ ਕਦੇ ਪਾਉਂਦੀ ਨਹੀਂ, ਇਸ਼ਾਰੇ ਚਿੰਨ ਰਮਜ਼ਾਂ ਨਾਲ ਸਮਝਾਉਂਦੀ ਗਜ਼ਲ। ਗਜ਼ਲ ਦੇ ਹੁਸਨ ਦਾ ਜਾਦੂ ਤਾਂ ਸਿਰ ਚੜ ਬੋਲਦਾ ਹੈ ਜੀ। ਗਜ਼ਲ ਦੇ ਹੁਸਨ ਦਾ ਜਾਦੂ ਤਾਂ ਸਿਰ ਚੜ ਬੋਲਦਾ ਹੈ। ਗਜ਼ਲ ਬਾਰੇ ਤੂੰ ਚੰਗੀ ਕ੍ਰਿਸ਼ਨ ਨੇ ਛੇੜੀ ਗਜ਼ਲ। ਜੀ। ਕ੍ਰਿਸ਼ਨ ਭਨੋਟ ਨੇ ਹੁਣ ਤੱਕ ਕਈ ਗਜ਼ਲ ਸੰਗ੍ਰਹਿ ਲਿਖ ਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ। ਕ੍ਰਿਸ਼ਨ ਭਨੋਟ ਦੀ ਪ੍ਰਤਿਭਾ ਨੂੰ ਪਹਿਚਾਣਦਿਆਂ ਦੇਸ਼ ਅਤੇ ਵਿਦੇਸ਼ ਦੀਆਂ ਕਈ ਸੰਸਥਾਵਾਂ ਨੇ ਇਨਾਮ ਦੇ ਕੇ ਉਸ ਨੂੰ ਨਵਾਜਿਆ ਹੈ। ਥੁੜ ਜਾਂਦੇ ਨੇ ਸ਼ਬਦ ਵੀ ਨਾ ਕਰਦੇ ਇਜ਼ਹਾਰ, ਥੁੜ ਜਾਂਦੇ ਨੇ ਸ਼ਬਦ ਵੀ ਨਾ ਕਰਦੇ ਇਜ਼ਹਾਰ। ਰਹਿ ਜਾਂਦਾ ਕੁਝ ਅਣਕਿਹਾ ਕਰੀਏ ਯਤਨ ਹਜ਼ਾਰ, ਰਹਿ ਜਾਂਦਾ ਕੁਝ ਅਣਕਿਹਾ ਕਰੀਏ ਯਤਨ ਹਜ਼ਾਰ। ਕ੍ਰਿਸ਼ਨ ਭਨੋਟ ਦੀ ਗਜ਼ਲ ਦੇ ਸਮੁੱਚੇ ਸਰੋਕਾਰ ਇਨਸਾਨੀਅਤ ਅਤੇ ਸਮਾਜ ਦੀ ਬਿਹਤਰੀ ਦੀ ਤਮੰਨਾ ਹਨ। ਉਸ ਦੀ ਸ਼ਾਇਰੀ ਦੀ ਸੁਰ ਪ੍ਰਗਤੀਸ਼ੀਲ ਸੁਰ ਦੀ ਅਖਤਿਆਰੀ ਹੈ। ਉਹ ਮਨੁੱਖਤਾ ਦੇ ਅਹਿਮ ਮੁੱਦਿਆਂ ਨੂੰ ਕਾਵਿ ਚਿੱਤਰਾਂ ਰਾਹੀਂ ਬਖੂਬੀ ਪੇਸ਼ ਕਰਦਾ ਹੈ। ਕ੍ਰਿਸ਼ਨ ਜੋ ਸ਼ੇਰ ਕਹਿੰਦਾ ਹੈ ਉਹ ਠੋਸ ਹਕੀਕਤ ਉੱਤੇ ਨਿਰਭਰ ਹੁੰਦੇ ਹਨ। ਕਲਪਨਾ ਅਤੇ ਕੰਧਾਂ ਤੋਂ ਪਾਰ ਉਹ ਜਦ ਝਾਕਦਾ ਹੈ ਤਾਂ ਤੀਜੀ ਅੱਖ ਦਾ ਯਥਾਰਥ ਭਾਲ ਲੈਂਦਾ ਹੈ। ਅਸਲ ਵਿੱਚ ਉਹ ਐਸਾ ਦੀਦਾਵਰ ਸ਼ਾਇਰ ਹੈ ਜਿਸ ਦੀ ਗਜ਼ਲ ਅਤੇ ਕਾਵਿਕਾਰੀ ਉਸ ਦੀ ਸਮਰੱਥਾ ਅਨੁਸਾਰ ਸੁਚੇਤ ਰਹਿੰਦਿਆਂ ਅਸਰ ਛੱਡਦੀ ਹੈ। ਸ਼ਾਲਾ ਕ੍ਰਿਸ਼ਨ ਭਨੋਟ ਇਸੇ ਤਰ੍ਹਾਂ ਸ਼ਬਦਾਂ ਨੂੰ ਸ਼ੇਰਾਂ ਵਿੱਚ ਢਾਲਦਾ ਰਹੇ। ਅਸੀਂ ਉਸ ਦੀ ਚੰਗੀ ਸਿਹਤਯਾਬੀ ਅਤੇ ਲੰਬੀ ਉਮਰ ਲਈ ਦਿਲੋਂ ਦੁਆ ਕਰਦੇ ਹਾਂ। ਕਲਮ ਦਾ ਸਫ਼ਰ